ਨਮਸਕਾਰ, ਸਤਿ ਸ੍ਰੀ ਅਕਾਲ। ਵਨਸ ਏ ਮੰਥ ਮਿਲਦੇ ਹਾਂ ਇਨਫੋਰਮੇਸ਼ਨ ਟੀਵੀ ਚੈਨਲ ਫਿਲਾਡੈਲਫੀਆ ਪੀਏ ਦੇ ਵਿੱਚ। ਸਾਡੇ ਨਾਲ ਹਰ ਵਾਰੀ ਕਿਸੇ ਨਾ ਕਿਸੇ ਫੀਲਡ 'ਚ ਐਕਸਪਰਟ ਜੁਆਇਨ ਕਰਦੇ ਆ ਤੇ ਅੱਜ ਦਾ ਟੌਪਿਕ ਸੀ ਕਿ ਡਰੱਗ ਅਬਿਊਜ਼ ਐਂਡ ਯੂਥ ਪ੍ਰੀਵੈਂਸ਼ਨ ਕਾਜ਼ਜ਼, ਕਿਉਂ ਹੁੰਦੇ ਡਰੱਗਸ, ਕਿਉਂ ਯੂਜ਼ ਕਰਦੇ ਆ ਯੰਗ ਜਨਰੇਸ਼ਨ ਤੇ ਇਹ ਤੋਂ ਕਿਵੇਂ ਬਚਿਆ ਜਾ ਸਕਦਾ, ਅਬਿਊਜ਼ ਤੋਂ ਕੀ ਹੁੰਦਾ, ਕਿ ਇਹਦੇ ਬਾਰੇ ਡਿਟੇਲ ਡਿਸਕਸ ਕਰਾਂਗੇ। ਮਕਸਦ ਇਹੀ ਹੈ ਕਿ ਆਪਣੇ ਅਵੇਅਰਨੈਸ ਪੈਦਾ ਕਰਕੇ ਆਪਣੀ ਯੰਗ ਜਨਰੇਸ਼ਨ ਨੂੰ ਇਹਨਾਂ ਦੇ ਸਾਈਡ ਇਫੈਕਟਸ ਜਿਹੜੇ ਗਲਤ ਹੈਗੇ ਪਤਾ ਲੱਗਣ ਤਾਂ ਕਿ ਸਾਰੇ ਬਚਾਅ ਕਰ ਸਕਣ। ਇਹਦੇ ਬਾਰੇ ਡਿਸਕਸ ਕਰਾਂਗੇ ਤੇ ਸਾਡੇ ਨਾਲ ਅੱਜ ਜੁਆਇਨ ਕੀਤਾ ਡਾਕਟਰ ਸੁਰਜੀਤ ਸੇਠੀ, ਜਿਹੜੇ ਕਿ ਆਯੁਰਵੈਦਿਕ ਡਾਕਟਰ ਹੈ। ਇਹਨਾਂ ਦਾ ਕਲੀਨਿਕ ਹੈ ਇੰਡੀਆ ਦੇ ਵਿੱਚ। ਤੇ ਸਲਮਾਨ ਸ਼ੇਖ, ਜਿਹੜੇ ਕਿ ਰਾਈਟਰ ਹੈ, ਆਥਰ ਹੈ, ਬੁੱਕਸ ਇਹਨਾਂ ਦੀ ਮਾਰਕੀਟ 'ਚ ਕਈ ਆਈਆਂ ਹੋਈਆਂ। ਇਹਨਾਂ ਡਿਸਕਸ ਕਰਾਂਗੇ। ਤੇ ਸਾਡੇ ਨਾਲ ਇੱਕ ਪ੍ਰੋਫੈਸਰ ਰਵੀ, ਉਹ ਵੀ ਜੁਆਇਨ ਕਰਨਗੇ। ਉਹ ਵੀ ਜੁਆਇਨ ਕਰ ਰਹੇ ਤੇ ਬਾਕੀ ਹੋਰ ਵੀ ਮਿੱਤਰ ਆ ਰਹੇ ਆ। ਤੇ ਸਟਾਰਟਿੰਗ ਮੈਂ ਕਰਦਾ। ਮੇਰੇ ਕੋਲ ਇੱਕ 2 ਮਿੰਟ ਦੀ ਸਲਾਈਡ ਸ਼ੇਅਰ ਹੈ, ਇੱਕ ਸ਼ੇਅਰ ਕਰਦੇ ਹਾਂ ਸਕਰੀਨ ਨੂੰ। ਡਰੱਗ ਅਬਿਊਜ਼ ਐਂਡ ਪ੍ਰੀਵੈਂਸ਼ਨ, ਇਹ ਮੈਂ ਆਨਲਾਈਨ ਆਰਟੀਕਲ ਲੱਭਿਆ ਸੀ। ਇਹਦੇ ਬਾਰੇ ਹੀ ਕਿਉਂ ਬੱਚੇ ਕਰਦੇ ਆ। ਆਬਜੈਕਟਿਵ ਕਾਜ਼ਜ਼ ਐਂਡ ਇਫੈਕਟਸ ਆਫ ਡਰੱਗ ਅਬਿਊਜ਼ ਕੀ ਹੁੰਦੇ, ਇਹਦੇ ਬਾਰੇ 2 ਮਿੰਟ ਦਾ ਆਰਟੀਕਲ ਹੈ, ਵਿੱਚ ਆਪਾਂ ਡਿਸਕਸ ਕਰਾਂਗੇ। ਆਲਰਾਈਟ, ਡਰੱਗ ਅਬਿਊਜ਼ ਕੀ ਹੁੰਦਾ, ਪਹਿਲਾਂ ਇਹਦੇ ਬਾਰੇ ਡਿਸਕਸ ਕਰਾਂਗੇ। ਡਰੱਗ ਅਬਿਊਜ਼ ਇਜ਼ ਕਾਲਡ ਲਾਈਕ ਸਬਸਟੈਂਸ ਅਬਿਊਜ਼, ਜਦੋਂ compulsive, excessive and self-damaging use of habit-forming drugs, substance, ਜਦੋਂ ਤੁਸੀਂ ਡਿਪੈਂਡੈਂਟ ਹੋ ਜਾਂਦੇ ਹੁੰਦੇ ਹੋ ਡਰੱਗਸ ਦੇ ਉੱਤੇ, that's called drug abuse। ਤੇ ਇਹਦੇ ਇਫੈਕਟਸ ਹੁੰਦੇ ਸਾਈਡ ਡੈਮੇਜ ਟੂ ਕਿਡਨੀਜ਼, ਲਿਵਰ, ਸੀਰੀਅਸ ਸਾਈਕੋਲੋਜੀਕਲ ਇਫੈਕਟਸ। ਤੋ ਡਰੱਗ ਡਿਪੈਂਡੈਂਸ ਹੋ ਜਾਂਦੀ ਹੈ। like he uses or abused drug to point that drug becomes the main focus of his life। ਇਹਨਾਂ ਡਿਪੈਂਡੈਂਟ ਹੋ ਜਾਂਦੇ ਇੱਕ ਵਾਰ ਯੂਜ਼ ਕਰ, ਜੇ ਬਾਰ-ਬਾਰ ਯੂਜ਼ ਕਰਦੇ ਹਾਂ। ਇਹਦੇ 'ਚ ਚੇਂਜ ਇਨ ਦਾ ਬੋਡੀ ਕੈਮਿਸਟਰੀ। ਸੋ ਫੇਜ਼ਿਸ ਕੀ ਹੁੰਦੇ ਡਰੱਗਸ ਦੇ ਡਿਪੈਂਡੈਂਸ ਦੇ, ਪਹਿਲਾਂ ਤਾਂ ਕਈ ਬੱਚੇ ਸਟੂਡੈਂਟ ਐਕਸਪੈਰੀਮੈਂਟ ਕਰਦੇ ਆ, ਫਿਰ ਇਕੁਏਸ਼ਨਲ ਯੂਜ਼ ਹੋ ਜਾਂਦਾ ਤੇ ਫਿਰ ਰੈਗੂਲਰ ਯੂਜ਼ ਹੋ ਜਾਂਦਾ। ਸੋ ਸਾਈਨਸ ਔਰ ਸਿੰਪਟਮਸ ਕੀ ਹੁੰਦੇ ਆ ਡਰੱਗ ਅਬਿਊਜ਼ਰ ਦੇ। ਉਹ ਹੀ ਵਾਂਟਸ, ਜਿਹੜਾ ਡਰੱਗ ਯੂਜ਼ ਕਰਦਾ, ਹੀ ਵਾਂਟਸ ਟੂ ਬੀ ਅਲੋਨ, changes in interest activities, losing or gaining weight, absent minded ਹੋਊਗਾ ਤੇ ਇਹ ਕੁਛ ਉਹਦੇ ਹੁੰਦੇ ਆ। ਡਰੱਗ ਅਬਿਊਜ਼ਰ ਕੋਲੇ ਨੀਡਲਸ ਹੋਣਗੀਆਂ, ਸਪੈਂਡਿੰਗ ਟਾਈਮ ਵਿਦ ਨੋਨ ਡਰੱਗ ਯੂਜ਼ਰਸ, ਇਹੋ ਜਿਹੇ ਜਿਵੇਂ ਆਹ ਦੱਸਿਆ ਉਹਨਾਂ ਨੇ ਇਫੈਕਟਸ ਹੋ ਸਕਦੇ ਜਿਹੜੇ ਡਰੱਗ ਅਬਿਊਜ਼ਰ ਹੁੰਦੇ ਆ। ਕਾਜ਼ ਕੀ ਹੁੰਦੇ ਆ, ਫੈਮਿਲੀ, ਜੇ ਸਟ੍ਰਿਕਟ ਪੇਰੈਂਟਸ ਆ ਉਹਦੇ ਕਰਕੇ ਵੀ ਬੱਚੇ ਨਸ਼ੇ ਪੱਤੇ ਜ਼ਿਆਦਾ ਕਰਦੇ ਆ। ਤੁਸੀਂ ਫੈਮਿਲੀ, ਮਕਸਦ ਕਿ ਸਟ੍ਰਿਕਟ ਪੇਰੈਂਟਸ ਨੂੰ ਨਹੀਂ ਹੋਣਾ ਚਾਹੀਦਾ। ਲੈਕ ਆਫ ਕਮਿਊਨੀਕੇਸ਼ਨ, ਬੱਚਿਆਂ ਨਾਲ ਗੱਲਬਾਤ ਕਰੋ। ਓਵਰ ਪ੍ਰੋਟੈਕਟਿਵ ਪੇਰੈਂਟਸ, ਜਿਹੜੇ ਪੇਰੈਂਟਸ ਆਪਣੇ ਬੱਚਿਆਂ ਦੇ ਓਵਰ ਪ੍ਰੋਟੈਕਟ ਕਰਨ ਦੀ ਕੋਸ਼ਿਸ਼ ਕਰਦੇ ਆ, ਹਰ ਗੱਲ ਦੀ ਰਿਸਟ੍ਰਿਕਸ਼ਨ ਲਾਉਂਦੇ ਆ, ਉਹ ਬੱਚੇ ਵੀ ਜ਼ਿਆਦਾ ਡਰੱਗਸ ਅਬਿਊਜ਼ਰ ਬਣਦੇ ਆ, ਨਸ਼ੇ ਪੱਤੇ ਜ਼ਿਆਦਾ ਕਰਦੇ ਆ। ਨੈਗਲੈਕਟਡ ਚਿਲਡਰਨਸ, ਜਾਂ ਪੇਰੈਂਟਸ ਕੋਲ ਟਾਈਮ ਹੀ ਹੈ ਨਹੀਂ ਬੱਚਿਆਂ ਵਾਸਤੇ। ਸੋ ਕੁਛ ਇਹੋ ਜਿਹੀਆਂ ਗੱਲਾਂ ਬਾਤਾਂ ਸੀ ਇਹਦੇ 'ਚ। ਤੇ I want to go back, stop the sharing screen. Thank you. Okay, thank you. ਹਾਂਜੀ, ਅੱਜ ਸਾਡਾ ਟੌਪਿਕ ਇਹੀ ਹੈ ਕਿ ਡਰੱਗ ਅਬਿਊਜ਼ ਕਿਉਂ ਕਰਦੇ ਆ ਬੱਚੇ। ਇਹਦੇ ਬਾਰੇ ਆਪਾਂ ਡਿਸਕਸ ਕਰਾਂਗੇ ਕਿ ਕਿੱਦਾਂ ਬਚਾਅ ਹੋ ਸਕਦਾ, ਹਾਊ ਟੂ ਪ੍ਰੋਟੈਕਟ them from drug abuse। ਤੇ ਸਟਾਰਟਿੰਗ ਵਿਦ ਹਾਂਜੀ, ਪ੍ਰੋਫੈਸਰ ਰਵੀ ਪਹੁੰਚੇ ਕਿ ਨਹੀਂ? ਪ੍ਰੋਫੈਸਰ ਰਵੀ ਨਹੀਂ ਆਏ ਤੇ ਚਲੋ ਆ ਰਹੇ। ਜਾਂ ਤਾਂ ਸਲਮਾਨ ਭਾਜੀ ਨਾਲ ਸ਼ੁਰੂ ਕਰ ਲੈਂਦੇ ਹਾਂ। ਹਾਂਜੀ ਸਰ, ਹਾਂਜੀ ਸਲਮਾਨ ਸ਼ੇਖ, ਆਪ ਤੁਹਾਡੇ ਤੋਂ ਸ਼ੁਰੂ ਕਰਦੇ ਹਾਂ। ਸਟਾਰਟਿੰਗ ਵਿਦ ਯੂ ਸਲਮਾਨ ਸ਼ੇਖ, ਸਾਡੇ ਨਾਲ ਜਿਹੜੇ ਕਿ ਆਥਰ ਰਾਈਟਰ ਹੈ, ਬੁੱਕਸ ਇੱਥੇ ਰਾਈਟ ਵੀ ਕਰਦੇ, ਇੱਥੇ ਮਾਰਕੀਟ 'ਚ ਕਈ ਬੁੱਕਸ ਆਈਆਂ ਹੋਈਆਂ। ਸੋ ਅੱਜ ਦਾ ਟੌਪਿਕ ਇਹੀ ਹੈ, ਤੁਸੀਂ ਇਹਦੇ ਬਾਰੇ ਕੁਛ ਰੋਸ਼ਨੀ ਪਾਓ ਜੀ। ਹਾਂਜੀ ਸਰ ਜੀ, ਥੈਂਕ ਯੂ ਬਹੁਤ ਬਹੁਤ ਜੱਸੀ ਭਾਜੀ। ਸਤਿ ਸ੍ਰੀ ਅਕਾਲ, ਨਮਸਤੇ, ਅਸਲਾਮ ਅਲੈਕੁਮ, ਵੈਲਕਮ ਸਾਰੇ ਦੋਸਤਾਂ ਨੂੰ, ਸਾਰੇ ਭਰਾਵਾਂ ਨੂੰ ਜਿਹੜੇ ਸਾਨੂੰ ਜੁਆਇਨ ਕਰ ਰਹੇ ਨੇ। ਤੇ ਸ਼ੁਕਰੀਆ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ, ਤੁਸੀਂ ਮੈਨੂੰ ਇਨਵਾਈਟ ਕੀਤਾ ਇਸ ਟੌਪਿਕ ਵਾਸਤੇ। ਤੇ ਇਹ ਜਿਹੜਾ ਮੈਂ ਤਜਰਬਾ ਤੁਹਾਨੂੰ ਆਪਣੇ ਪੁਆਇੰਟ ਆਫ ਵਿਊ ਤੋਂ ਦੱਸਾਂਗਾ ਕਿ ਮੈਂ ਇਸ ਕੰਟਰੀ ਦੇ ਵਿੱਚ, ਮੈਂ 5 ਸਾਲ ਦਾ ਸੀ ਜਦੋਂ ਮੈਂ US ਆਇਆ ਸੀ। ਤੇ ਮੈਂ ਦੇਖਿਆ ਕਿ ਸਾਡੇ ਜਿਹੜੇ ਇੰਡੀਅਨ ਪਾਕਿਸਤਾਨੀ ਫੈਮਲੀਜ਼ ਨੇ ਇੱਥੇ ਜਿਹੜੇ ਗਰੋ ਅਪ ਹੋ ਰਹੇ ਨੇ, ਕਿਸ ਤਰ੍ਹਾਂ ਉਹਨਾਂ ਨੂੰ ਅਫੈਕਟ ਹੋਇਆ, ਜਿਹੜੇ ਡਰੱਗ ਦੇ ਵਿਕਟਮ ਬਣੇ ਨੇ।
ਜਾਂ ਜਿਨ੍ਹਾਂ ਨੇ ਆਪਣੀ ਜਾਨ ਗਵਾਤੀ ਡਰੱਗਸ ਪਿੱਛੇ, ਉਹਨਾਂ ਦੀਆਂ ਫੈਮਲੀਆਂ ਉਜੜ ਗਈਆਂ। ਤੇ ਪਹਿਲਾ ਪੁਆਇੰਟ ਜਿਹੜਾ ਮੈਂ ਸ਼ੁਰੂ ਕਰਨਾ ਚਾਹੁੰਦਾ ਵਾਂ ਉਹ ਹੈ ਕਿ এনवायरमेंट ਤੁਸੀਂ ਕਿਹੜਾ ਦੇ ਰਹੇ ਹੋ ਆਪਣੇ ਬੱਚਿਆਂ ਨੂੰ ਆਪਣੇ ਘਰ ਦੇ ਵਿੱਚ। ਜਿਸ ਘਰ ਦੇ ਵਿੱਚ ਲੜਾਈ ਝਗੜਾ ਰਹਿੰਦਾ ਹੈ ਮਾਂ-ਬਾਪ ਦਾ, ਰਿਸ਼ਤੇਦਾਰਾਂ ਦਾ, ਉਹ ਇਵੈਂਚੁਅਲੀ ਉਹ ਕੀ ਹੁੰਦਾ ਹੈ ਕਿ ਉਹ ਬੱਚਿਆਂ ਦੇ ਉੱਤੇ ਉਹ ਅਸਰ ਪੈ ਜਾਂਦਾ ਹੈ। ਤੇ ਮੈਂ ਕਈ ਆਪਣੇ ਐਸੇ ਵੀ ਮੈਂ ਕਲਾਸਮੇਟਸ ਦੇਖੇ ਨੇ, ਦੋਸਤ ਦੇਖੇ ਨੇ ਜਿਨ੍ਹਾਂ ਨੂੰ ਇਫੈਕਟ ਹੋਇਆ ਡਰੱਗਸ ਦਾ। ਤੇ ਇਹਦਾ ਤੁਸੀਂ ਇੱਕ ਪ੍ਰੀਵੈਂਸ਼ਨ ਫੈਕਟਰ ਇਹ ਕਰ ਸਕਦੇ ਹੋ ਕਿ ਆਪਣੇ ਬੱਚਿਆਂ ਨੂੰ ਜਿਹੜਾ ਤੁਸੀਂ এনवायरमेंट ਦੇ ਰਹੇ ਹੋ ਕਿ ਅਗਰ ਉਹਨਾਂ ਦੇ ਸਾਹਮਣੇ ਅਗਰ ਐਲਕੋਹਲ ਡਰਿੰਕ ਹੋ ਰਹੀ ਹੈ ਜਾਂ ਦੂਸਰੀ ਲੜਾਈ ਝਗੜੇ ਹੋ ਰਹੇ ਨੇ, ਦੂਸਰੀਆਂ ਚੀਜ਼ਾਂ ਹੋ ਰਹੀਆਂ ਨੇ, ਜਿਹੜਾ ਨੈਗੇਟਿਵ ਇੱਕ ਇੰਪੈਕਟ ਹੁੰਦਾ ਹੈ ਇੱਕ ਇਨਸਾਨ ਦੇ ਬ੍ਰੇਨ ਦੇ ਉੱਤੇ, ਉਹ ਚੀਜ਼ਾਂ ਤੁਹਾਨੂੰ ਅਵੋਇਡ ਕਰਨੀਆਂ ਚਾਹੀਦੀਆਂ ਨੇ ਕਿ ਆਪਣੇ ਘਰ ਦਾ এনवायरमेंट ਤੁਸੀਂ ਸੇਫ ਰੱਖਣਾ ਹੈ ਆਪਣੇ ਬੱਚੇ ਦੀ ਗਰੋਥ ਵਾਸਤੇ। ਕਿ ਦੂਸਰੀ ਜਿਹੜੀ ਚੀਜ਼ ਜਿਹੜੀ ਮੈਂ ਪੁਆਇੰਟ ਦੇਖੀ ਹੈ ਉਹ ਹੈ ਇਕਨੋਮਿਕ ਫੈਕਟਰ। ਜਿਸ ਘਰ ਦੇ ਵਿੱਚ ਗਰੀਬੀ ਹੋਏ, ਪਰੇਸ਼ਾਨੀ ਹੋਏ, ਤੇ ਹੁਣ ਸਾਡੇ ਉੱਥੇ ਪੰਜਾਬ 'ਚ ਵੀ ਇੰਡੀਆ ਪਾਕਿਸਤਾਨ ਬਹੁਤ ਉੱਥੇ ਕਾਫੀ ਯੂਥ ਹੈ ਜਿਹੜੀ ਹੈ ਡਰੱਗ ਦੇ ਉੱਤੇ ਆ ਰਹੀ ਹੈ ਕਿਉਂਕਿ ਉੱਥੇ ਓਪਰਚੁਨਿਟੀ ਨਹੀਂ ਹੈ, ਕੰਮ ਨਹੀਂ ਹੈ, ਉਹਨਾਂ ਨੂੰ ਕੋਈ ਚਾਂਸ ਨਹੀਂ ਦਿੰਦਾ। ਇੱਥੇ ਵੀ ਇੱਕ ਅਮਰੀਕਨ ਸੋਸਾਇਟੀ 'ਚ ਵੀ ਐਸੀ ਚੀਜ਼ ਹੈ ਜਿਹੜੇ ਲੋ ਕਲਾਸ ਦੇ ਨੇ ਜਾਂ ਲੋ ਮਿਡਲ ਕਲਾਸ ਜਾਂ ਦੂਸਰੀ ਕਾਈਂਡ ਆਫ ਪਾਵਰਟੀ ਜਿਹੜੇ ਤੋਂ ਗੁਜ਼ਰਦੇ ਪਏ ਨੇ, ਉਹ ਵੀ ਡਰੱਗ ਦੇ ਸ਼ਿਕਾਰ ਹੋ ਜਾਂਦੇ ਨੇ ਆਪਣੇ এনवायरमेंट ਦੇ ਰਿਲੇਟਡ। ਤੇ ਪਾਵਰਟੀ ਵੀ ਇੱਕ ਚੀਜ਼ ਹੈ ਜੋ ਇਕਨੋਮਿਕ ਫੈਕਟਰ ਹੈ। ਤੀਸਰਾ ਪੁਆਇੰਟ ਹੈ ਉਹ ਫਰੈਂਡਸ ਦਾ। ਤੇ ਅਗਰ ਤੁਸੀਂ ਆਪਣੇ ਕਰੈਕਟ ਤੁਸੀਂ ਫਰੈਂਡਸ ਰੱਖੋਗੇ, ਉਹ ਤੁਸੀਂ ਕਿਉਂਕਿ ਤੁਹਾਡੇ ਫਰੈਂਡਸ ਡਿਟਰਮਿਨ ਕਰਦੇ ਨੇ ਕਿ ਕਿਸ ਤਰ੍ਹਾਂ ਦੇ ਤੁਸੀਂ ਬੰਦੇ ਹੋ, ਜਿਸ ਤਰ੍ਹਾਂ ਦੀ ਤੁਹਾਡੀ ਕੰਪਨੀ ਹੈ ਉਸੇ ਤਰ੍ਹਾਂ ਦੇ ਤੁਸੀਂ ਹੋ। ਤੇ ਇਹ ਚੀਜ਼ ਇੱਕ ਹੋਰ ਹੈ ਕਿ ਤੁਸੀਂ ਫਰੈਂਡਸ ਆਪਣੇ ਅੱਛੇ ਰੱਖਣੇ ਨੇ। ਫਰੈਂਡ ਤੁਹਾਡਾ ਉਹ ਹੁੰਦਾ ਜਿਹੜਾ ਤੁਹਾਡਾ ਮੁਸ਼ਕਿਲ ਵਕਤ ਦੇ ਵਿੱਚ ਕੰਮ ਆਏ, ਜਿਹੜਾ ਤੁਹਾਨੂੰ ਅੱਛੀ ਚੀਜ਼ ਸਿਖਾਏ, ਜਿਹਦੇ ਕੋਲ ਤੁਸੀਂ ਅੱਛੀ ਸਿੱਖ ਸਕੋ, ਤੁਸੀਂ ਉਹਨੂੰ ਸਿਖਾ ਸਕੋ ਤੇ ਤੁਹਾਨੂੰ ਬੇਸਿਕਲੀ ਇੱਕ ਪੋਜ਼ਿਟਿਵ এনवायरमेंट ਵਿੱਚ ਰੱਖ ਰਿਹਾ, ਤੁਹਾਡੀ ਗਰੋਥ ਕਰ ਰਿਹਾ, ਤੁਸੀਂ ਉਹਦੀ ਗਰੋਥ ਕਰ ਰਹੇ ਹੋ। ਅਸਲ ਫਰੈਂਡਸ਼ਿਪ ਉਹ ਹੁੰਦੀ ਹੈ। ਜਿਹੜੇ ਗਲਤ ਫਰੈਂਡਸ਼ਿਪਾਂ 'ਚ ਪੈ ਜਾਂਦੇ ਨੇ ਉਹ ਬੇਸਿਕਲੀ ਇੱਕ ਗਲਤ ਰਸਤੇ ਲੱਗ ਜਾਂਦੇ ਨੇ, ਉਹ ਡਰੱਗਸ ਦੇ ਪਿੱਛੇ ਆ ਜਾਂਦੇ ਨੇ। ਚੌਥਾ ਫੈਕਟਰ ਜਿਹੜਾ ਮੈਂ ਦੇਖਿਆ ਉਹ ਸੋਸ਼ਲ ਮੀਡੀਆ, ਕਿ ਅੱਜ ਕੱਲ੍ਹ ਦੀ ਜਿਹੜੀ ਜਨਰੇਸ਼ਨ ਹੈ, ਸੋਸਾਇਟੀ ਹੈ, ਉਹਨਾਂ ਨੂੰ ਇਨਸਟੈਂਟ ਗ੍ਰੈਟੀਫਿਕੇਸ਼ਨ ਚਾਹੀਦੀ ਹੈ। ਉਹਨਾਂ ਨੂੰ ਹਰ ਚੀਜ਼ ਇਨਸਟੈਂਟਲੀ ਚਾਹੀਦੀ ਹੈ। ਉਹਨਾਂ ਨੂੰ ਇਹ ਨਹੀਂ ਪਤਾ ਕਿ ਹਾਂ ਵੀ ਹੁਣ ਤੁਸੀਂ ਅਗਰ ਇੱਕ ਟਰੀ ਪਲਾਂਟ ਕੀਤਾ, ਉਹਨੇ ਟਰੀ ਨੇ ਇੱਕਦਮ ਬਾਹਰ ਤੇ ਨਾ ਆ ਜਾਣਾ। ਹਰ ਚੀਜ਼ ਨੂੰ ਮਿਹਨਤ ਲੱਗਦੀ ਹੈ, ਟਾਈਮ ਲੱਗਦਾ ਹੈ, ਵਕਤ ਲੱਗਦਾ ਹੈ, ਪੇਸ਼ੈਂਸ ਚਾਹੀਦਾ। ਤੇ ਸਾਡੀ ਇੱਕ ਇਹ ਵੀ ਜਨਰੇਸ਼ਨ ਦੀ ਪ੍ਰੋਬਲਮ ਹੈ ਕਿ ਅਸੀਂ ਦੂਸਰਿਆਂ ਨੂੰ ਇੰਪ੍ਰੈਸ ਕਰਨ ਵਾਸਤੇ ਅਸੀਂ ਆਪਣੇ ਆਪ ਨੂੰ ਕਾਫੀ ਹੱਦ ਤੱਕ ਮਾਰ ਦਿੰਦੇ ਹਾਂ। ਅਭੀ ਇੱਥੇ ਗਿਆ ਦਾ, ਇਹ ਕਰਦਾ ਪਿਆ, ਉਹ ਕਰਦਾ ਪਿਆ, ਤਸਵੀਰਾਂ ਪਾ ਰਿਹਾ। ਤੇ ਉਹ ਚੀਜ਼ ਦੀ ਵਜ੍ਹਾ ਨਾਲ ਵੀ ਕਾਫੀ ਯੂਥ ਜੋ ਹੈ ਉਹ ਡਰੱਗ ਐਡਿਕਸ਼ਨ ਤੇ ਆ ਜਾਂਦੀ ਹੈ, ਆਪਣੇ ਆਪ ਨੂੰ ਉਹ ਟੂ ਕੀਪ ਅਪ ਵਿਦ ਦ ਟ੍ਰੈਂਡਸ। ਤੇ ਅਗਲਾ ਪੁਆਇੰਟ ਜਿਹੜਾ ਉਹ ਕਲਚਰ ਆਫ ਜਿਹੜਾ ਪ੍ਰੈਸ਼ਰ ਹੈ। ਹੁਣ ਇਸ ਕੰਟਰੀ ਅਸੀਂ ਆ ਕੇ ਜਿਹੜਾ US UK ਕੈਨੇਡਾ ਵੈਸਟਰਨ ਸੋਸਾਇਟੀ 'ਚ ਜਦੋਂ ਤੁਸੀਂ ਆਉਂਦੇ ਹੋ ਇੰਡੀਆ ਪਾਕਿਸਤਾਨ ਤੋਂ, ਤੁਹਾਨੂੰ ਇੱਕ ਬੈਲੈਂਸ ਰੱਖਣਾ ਪੈਂਦਾ। ਤੇ ਤੁਸੀਂ ਇੱਕ ਬੱਚੇ ਨੂੰ ਇੱਕ ਦੂਸਰੀ ਦੁਨੀਆ 'ਚ ਘਰ ਰੱਖ ਰਹੇ ਹੋ, ਉਹਦੇ ਕਲਚਰ ਨੂੰ, ਤੇ ਬਾਹਰ ਚਲੇ ਜਾਂਦਾ ਉਹਨੂੰ ਦੂਸਰੀ ਦੁਨੀਆ ਤੇ ਅਡੈਪਟ ਕਰਨਾ ਪੈਂਦਾ, ਸਕੂਲ ਦਾ, ਕਾਲਜ ਦਾ, ਵਰਕ ਪਲੇਸ ਦਾ। ਤੇ ਇਹ ਕਾਫੀ ਚੀਜ਼ਾਂ ਜਿਹੜੀਆਂ ਨੇ ਤੁਹਾਨੂੰ ਕੰਪਰੋਮਾਈਜ਼ ਕਰਨੀਆਂ ਪੈਂਦੀਆਂ ਨੇ ਆਪਣੇ ਬੱਚੇ ਦੀ ਜਾਂ ਤੁਹਾਡੀ ਔਲਾਦ ਵਾਸਤੇ, ਕਿ ਉਹ ਗਲਤ ਰਸਤੇ ਨਾ ਲੱਗਣ। ਕਿਉਂਕਿ ਜਿਨ੍ਹਾਂ ਦੇ ਵਿੱਚ ਕਮਿਊਨੀਕੇਸ਼ਨ ਹੋਏ ਨਾ, ਕਮਿਊਨੀਕੇਸ਼ਨ ਤੇ ਤੁਸੀਂ ਪ੍ਰੈਸ਼ਰ ਨਾ ਪਾਓ ਆਪਣੇ ਬੱਚੇ ਦੇ ਉੱਤੇ, ਤੇ ਉਹਨਾਂ ਨੂੰ ਵੀ ਕਹੋ ਕਿ ਅੱਛੇ ਬੁਰੇ ਦਾ ਉਹਨਾਂ ਨੂੰ ਸਿਖਾਓ, ਬਕਾਇਆ ਉਹਨਾਂ ਨੂੰ ਡਿਸੀਜਨ ਲੈਣ ਦਿਓ। ਫਿਰ ਇਹ ਵੀ ਚੀਜ਼ਾਂ ਤੋਂ ਕਾਫੀ ਬੰਦਾ ਬਚ ਸਕਦਾ। ਕਿਉਂਕਿ ਮੈਂ ਇਹ ਵੀ ਚੀਜ਼ ਦੇਖੀ ਹੈ ਕਿ ਬੇਟੇ ਨੂੰ ਕੋਈ ਸਕੂਲ ਪ੍ਰੋਬਲਮ ਹੁੰਦੀ ਹੈ, ਉਹ ਘਰ ਜਾਂਦਾ ਹੈ, ਉਹ ਬਾਪ ਵੀ ਡਾਂਟਦਾ, ਉਹਨੂੰ ਮਾਰਦਾ, ਸਾਰਾ ਕੁਝ ਕਰਦਾ। ਉਹ ਫਿਰ ਬੱਚੇ ਦੇ ਦਿਮਾਗ ਦੇ ਵਿੱਚ ਆ ਜਾਂਦਾ ਕਿ ਮੈਂ ਜਿੱਥੇ ਜਾਵਾਂ ਮੈਂ ਫਸ ਗਿਆ। ਮੈਂ ਸਕੂਲ ਜਾਣਾ, ਉਹ ਅਮਰੀਕਨ ਕਲਚਰ ਹੈ, ਉਹ ਨਹੀਂ ਮੈਨੂੰ ਸਮਝ ਸਕਦੇ। ਮੈਂ ਘਰ ਆਉਣਾ, ਮੇਰਾ ਬਾਪ ਹੈ, ਮੇਰੀ ਮਾਂ ਹੈ, ਮੇਰੇ ਭੈਣ ਭਰਾ ਨੇ, ਉਹ ਨਹੀਂ ਮੈਨੂੰ ਸਮਝ ਸਕਦੇ, ਉਹ ਵੀ ਮੈਨੂੰ ਮਾਰ ਦੇਣਾ, ਬੁਰਾ ਭਲਾ ਕਹਿੰਦੇ ਨੇ। ਤੇ ਇਹ ਚੀਜ਼ ਦੇ ਵਿੱਚ ਹਿਊਮਨ ਜਿਹੜੀ ਸਾਈਕੋਲੋਜੀ ਆ ਬਹੁਤ ਜ਼ਰੂਰੀ ਹੈ ਕਿ ਇਹਨਾਂ ਕੰਟਰੀਆਂ ਦੇ ਵਿੱਚ ਰਹਿ ਕੇ ਅਸੀਂ ਕਲਚਰਲ ਪ੍ਰੈਸ਼ਰ ਨਾ ਪਾਈਏ ਇੰਨਾ ਜ਼ਿਆਦਾ। ਉਹਨਾਂ ਨੂੰ ਆਪਣਾ ਐਜੂਕੇਸ਼ਨ, ਆਪਣਾ ਡਿਸੀਜਨ, ਆਪਣੀ ਲਾਈਫ, ਆਪਣੇ ਕਨਸੀਕੁਐਂਸ ਉਹਨਾਂ ਨੂੰ ਖੁਦ ਹੈਂਡਲ ਕਰਨ ਦਿਓ। ਤੇ ਅਗਲਾ ਪੁਆਇੰਟ ਜਿਹੜਾ ਉਹ ਪੀਅਰ ਪ੍ਰੈਸ਼ਰ ਹੈ। ਉਹੀ ਕਿ ਅਗਰ ਤੁਸੀਂ ਇਹ ਗਲਤ ਕੰਪਨੀ ਦੇ ਵਿੱਚ ਆਪਣੇ ਆਪ ਨੂੰ ਤੁਸੀਂ ਪਾ ਲਿਆ, ਤੇ ਪੀਅਰ ਪ੍ਰੈਸ਼ਰ, ਕੋਈ ਕਹਿੰਦਾ ਹਾਂ ਯਾਰ ਕੋਈ ਗੱਲ ਨਹੀਂ, ਪੀ ਲੈ, ਕੁਛ ਨਹੀਂ ਹੁੰਦਾ, ਹਾਂ ਲਗਾ ਲੈ, ਇੱਕ ਸਿਗਰਟ ਲਗਾ ਲੈ, ਕੁਛ ਨਹੀਂ ਹੁੰਦਾ। ਉਹ ਕੁਛ ਨਹੀਂ ਹੁੰਦਾ ਦੇ ਪਿੱਛੇ ਉਹ ਫਿਰ ਉਹ ਇੱਕ ਵਾਰੀ ਪੀਏਗਾ, ਦੂਜੀ ਵਾਰੀ ਪੀਏਗਾ, ਤੀਜੀ ਵਾਰੀ ਪੀਏਗਾ, ਉਹ ਫਿਰ ਹੈਬਿਟ ਬਣ ਜਾਂਦੀ ਹੈ। ਤੇ ਪੀਅਰ ਪ੍ਰੈਸ਼ਰ ਆਇਆ ਕਿ ਤੁਸੀਂ ਆਪਣੇ ਆਪ ਨੂੰ ਅੱਛੀ ਕੰਪਨੀ ਦੇ ਨਾਲ ਸਰਾਊਂਡ ਕਰੋ, ਤੇ ਵਾਚ ਕਰੋ ਕਿ ਤੁਹਾਡੇ ਬੱਚੇ ਕਿਹਦੇ ਨਾਲ ਆਨਲਾਈਨ ਗੱਲਾਂ ਕਰ ਰਹੇ ਨੇ,
ਕਿਹਨੂੰ ਮਿਲਣ ਜਾ ਰਹੇ ਨੇ, ਕਿ ਕਿਹੜੀ ਐਕਟੀਵਿਟੀਜ਼ ਹੈ ਉਹਨਾਂ ਦੀ, ਕਿਉਂਕਿ ਆਨਲਾਈਨ ਵੀ ਅੱਜ ਕੱਲ ਬਹੁਤ ਗੰਦ ਹੋ ਗਿਆ ਤੇ ਤੁਸੀਂ ਮੋਨੀਟਰ ਕਰਨਾ ਆਪਣੇ ਬੱਚਿਆਂ ਨੂੰ ਕਿ ਕਿਹਦੇ ਨਾਲ ਗੱਲਾਂ ਕਰ ਰਹੇ ਨੇ, ਕਿਹੜੀਆਂ ਐਕਟੀਵਿਟੀਆਂ ਨੇ, ਕਿੱਥੇ ਜਾ ਰਹੇ ਨੇ, ਸਕੂਲ 'ਚ ਕਿਹੜੇ ਗਰੁੱਪ ਉਹਨਾਂ ਨੇ ਜੁਆਇਨ ਕੀਤਾ ਦਾ, ਕੀ ਕਰ ਰਹੇ ਨੇ। ਇਹ ਚੀਜ਼ ਨੂੰ ਤੁਸੀਂ ਬਹੁਤ ਅੱਛੇ ਤਜਰਬੇ ਨਾਲ ਤੁਸੀਂ ਇਹ ਵਾਚ ਕਰਨਾ, ਕਿਉਂਕਿ ਪੀਅਰ ਪ੍ਰੈਸ਼ਰ ਵੀ, ਪੀਅਰ ਗਰੁੱਪਸ ਵੀ ਐਸੀ ਵੀ ਚੀਜ਼ ਹੁੰਦੀ ਹੈ ਕਿ ਉਹ ਬੰਦਾ ਜਿਹੜਾ ਅੱਛਾ ਵੀ ਹੁੰਦਾ ਉਹ ਗਲਤ ਰਸਤੇ ਲੱਗ ਜਾਂਦਾ ਗਾਈਡੈਂਸ ਤੋਂ ਤੇ ਦੂਸਰੀ ਚੀਜ਼ਾਂ ਤੋਂ। ਅਗਲਾ ਪੁਆਇੰਟ ਜਿਹੜਾ ਮੇਰਾ ਉਹ ਜਿਹੜੀ ਮਾਡਰਨ ਡੇ ਐਂਟਰਟੇਨਮੈਂਟ ਹੈ, ਹੁਣ ਜਿਸ ਨਾਲ ਅਸੀਂ ਆ ਅਮਰੀਕਨ ਮਿਊਜ਼ਿਕ ਵੀਡੀਓਜ਼ ਦੇਖਨੇ ਆ, ਅਮਰੀਕਨ ਮੂਵੀਜ਼ ਦੇਖਨੇ ਆ, ਸਾਰਾ ਕੁਝ ਕਰਨੇ ਆ, ਗੇਮਸ ਦੇਖਨੇ ਆ ਨਾ, ਕਾਫੀ ਚੀਜ਼ਾਂ ਦੇ ਵਿੱਚ ਹੈ ਡਰਗ ਯੂਸੇਜ ਜੋ ਹੈ ਉਹ ਇਨਕਰੇਜ ਕਰਦਾ ਨਾ। ਦੂਸਰੀਆਂ ਵੀ ਤੁਸੀਂ ਅਗਰ ਵੀਡੀਓਜ਼ ਦੇਖੋ ਸੋਸ਼ਲ ਮੀਡੀਆ, ਟਿਕਟੌਕ, ਐਂਟਰਟੇਨਮੈਂਟ, ਮਿਊਜ਼ਿਕ ਵੀਡੀਓਜ਼, ਤੇ ਤੁਸੀਂ ਇਹ ਵੀ ਵਾਚ ਕਰਨਾ ਕਿ ਤੁਸੀਂ ਤੁਹਾਡੇ ਜਿਹੜੇ ਬੱਚੇ ਨੇ ਉਹ ਕੀ ਵਾਚ ਕਰ ਰਹੇ ਨੇ, ਕਿਉਂਕਿ ਜਿਹੜੇ ਬੁੱਕਸ, ਮੂਵੀਜ਼, ਵੀਡੀਓ ਗੇਮਸ ਉਹ ਵੀ ਸਾਈਕੋਲੋਜੀਕਲੀ ਤੇ ਸਬਲਿਮਿਨਲੀ ਤੁਹਾਡੇ ਬੱਚਿਆਂ ਨੂੰ ਪ੍ਰੋਗਰਾਮ ਕਰ ਰਹੀ ਹੈ, ਕਿਸ ਤਰੀਕੇ ਨਾਲ ਐਕਟ ਕਰਨਾ ਹੈ, ਕਿਸ ਤਰੀਕੇ ਨਾਲ ਉਹ ਸਾਰਾ ਕੁਝ ਕਰਨਾ ਹੈ। ਤੇ ਇਹ ਵੀ ਚੀਜ਼ ਤੁਸੀਂ ਵਾਚ ਆਊਟ ਕਰਨੀ ਹੈ। ਉਹਨਾਂ ਦਾ ਕੰਪਨੀ ਜਿਹਦੇ ਨਾਲ ਉਹ ਦੋਸਤੀ ਯਾਰੀ ਉਹਨਾਂ ਨੇ ਰੱਖੀ ਦੀ ਹੈ ਕਿ ਸਾਰਾ ਕੁਝ ਕੀ ਕਰ ਰਹੇ ਨੇ ਉਹ ਮੋਨੀਟਰ ਕਰਨਾ ਹੈ। ਉਹ ਤੁਸੀਂ ਦੇਖਣਾ ਉਹ ਕੀ ਕੰਜ਼ੂਮ ਕਰ ਰਹੇ ਨੇ ਐਂਟਰਟੇਨਮੈਂਟ ਦੇ ਵਿੱਚ। ਤੁਸੀਂ ਇਹ ਵੀ ਦੇਖਣਾ ਹੈ ਕਿ ਉਹਨਾਂ ਦੇ ਫਰੈਂਡਸ ਕੌਣ ਨੇ। ਤੁਸੀਂ ਇਹ ਘਰ ਦਾ এনवायरमेंट ਦੇਖਣਾ ਕਿ ਬੱਚੇ ਦੇ ਸਾਹਮਣੇ ਲੜਾਈ ਝਗੜਾ ਨਹੀਂ ਕਰਨਾ। ਉਹ ਤੇ ਦੂਸਰੀ ਚੀਜ਼ ਕਿ ਉਹਨਾਂ ਨੂੰ ਸਪੋਰਟ ਕਰਨਾ ਜੋ ਵੀ ਉਹ ਆਪਣੀ ਜ਼ਿੰਦਗੀ 'ਚ ਕਰਨਾ ਚਾਹਣ, ਕਲਚਰਲੀ ਪ੍ਰੈਸ਼ਰ ਨਹੀਂ ਪਾਣਾ। ਤੇ ਕੀ ਹੁੰਦਾ ਜਿਹੜੇ ਡਰਗ ਤੇ ਲੋਕ ਲੱਗ ਜਾਂਦੇ ਨੇ, ਸਾਈਕੋਲੋਜੀਕਲ ਪ੍ਰੋਬਲਮ ਵੀ ਹੁੰਦੀ ਹੈ, ਫਿਜ਼ੀਕਲ ਪ੍ਰੋਬਲਮ ਵੀ ਹੁੰਦੀ ਹੈ। ਕਈ ਐਸੀ ਹਾਲਤ ਵਿੱਚ ਪਹੁੰਚ ਜਾਂਦੇ ਨੇ ਕਿ ਉਹ ਕੰਮ ਵੀ ਨਹੀਂ ਕਰ ਸਕਦੇ। ਉਹਨਾਂ ਦਾ ਨਸ਼ਾ ਇੰਨਾ ਗਹਿਰਾ ਹੋ ਜਾਂਦਾ, ਉਹ ਕੰਮ ਨਹੀਂ ਕਰ ਸਕਦੇ। ਅਗਲੇ ਦੀ ਬੀਵੀ ਬੱਚੇ ਵੀ ਹੁੰਦੇ ਨੇ, ਉਹ ਰੈਂਟ ਨਹੀਂ ਪੇ ਕਰ ਸਕਦਾ, ਉਹਦੀ ਫੈਮਿਲੀ ਬਰਬਾਦ ਹੋ ਜਾਂਦੀ ਹੈ, ਉਹ ਟੁੱਟ ਜਾਂਦਾ ਸਾਰਾ ਕੁਝ। ਤੇ ਦੂਸਰੇ ਇਸ਼ੂਜ਼ ਦੇ ਵਿੱਚ ਕਾਫੀ ਚੀਜ਼ਾਂ ਆ ਜਾਂਦੀਆਂ, ਫਿਰ ਉਹ ਬੱਚੇ ਇਫੈਕਟ ਹੁੰਦੇ ਨੇ। ਤੇ ਇਹ ਚੀਜ਼ਾਂ ਜਿਹੜੀਆਂ ਨੇ ਸਾਡੇ ਜੋ এনवायरमेंट ਹੈ ਇਹ ਬਹੁਤ ਸਖਤੀ ਦੇ ਨਾਲ ਤੁਹਾਨੂੰ ਮੋਨੀਟਰ ਕਰਨਾ ਪੈਂਦਾ, ਕਿਉਂਕਿ ਦੁਨੀਆ ਜਿਹੜੀ ਹੈ ਹੁਣ ਬਹੁਤ ਚੇਂਜ ਹੁੰਦੀ ਪਈ ਹੈ। ਤੁਸੀਂ ਆਪਣੇ ਜਿਹੜੇ ਤੁਹਾਡੇ ਬੱਚੇ ਨੇ, ਤੁਹਾਡੇ ਜਿਹੜੀ ਯੂਥ ਹੈ ਤੁਹਾਡੀ ਜ਼ਿੰਦਗੀ ਦੇ ਵਿੱਚ, ਉਹਨਾਂ ਦੇ ਨਾਲ ਤੁਸੀਂ ਦੋਸਤ ਬਣ ਕੇ ਬਹਿਣਾ, ਕਿਉਂਕਿ ਸਾਡੇ ਕਲਚਰ 'ਚ ਇੱਕ ਇਹ ਵੀ ਪ੍ਰੋਬਲਮ ਹੈ ਕਿ ਵੱਡਾ ਜਿਹੜਾ ਹੁੰਦਾ ਉਹ ਰਾਈਟ ਹੁੰਦਾ, ਚਾਹੇ ਉਹ ਗਲਤ ਹੋਏ, ਮਗਰ ਇਹ ਗਲਤ ਹੈ। ਤੁਸੀਂ ਛੋਟੇ ਕੋਲੋਂ ਵੀ ਸਿੱਖ ਸਕਦੇ ਹੋ ਤੇ ਵੱਡੇ ਕੋਲੋਂ ਵੀ ਸਿੱਖ ਸਕਦੇ ਹੋ। ਤੇ ਇਹ ਚੀਜ਼ ਜਿਹੜਾ ਤੁਸੀਂ ਉਹਨਾਂ ਨਾਲ ਕਮਿਊਨੀਕੇਸ਼ਨ ਗੈਪ ਨਹੀਂ ਰੱਖਣੀ, ਉਹਨਾਂ ਨਾਲ ਬੈਠੋ, ਫੁੱਲੀ ਕਮਿਊਨੀਕੇਟ ਕਰੋ, ਕਿਉਂਕਿ 99% ਜਿਹੜੀ ਇਨਸਾਨੀਅਤ ਦੀ ਪ੍ਰੋਬਲਮ ਹੈ, ਜਿਹੜੇ ਲੜਾਈ ਝਗੜੇ ਹੁੰਦੇ ਨੇ ਰਿਸ਼ਤੇਦਾਰਾਂ ਦੇ ਸਾਰਿਆਂ ਦੇ, ਉਹ ਅਗਰ ਇਫੈਕਟਿਵ ਕਮਿਊਨੀਕੇਸ਼ਨ ਹੋਏ ਤੇ ਉਹ 99% ਤੁਹਾਡੀ ਪ੍ਰੋਬਲਮ ਉੱਥੇ ਹੀ ਸਾਲਵ ਹੋ ਜਾਂਦੀ ਹੈ, ਅੱਛੀ ਕਮਿਊਨੀਕੇਸ਼ਨ ਦੇ ਉੱਤੇ ਹੀ। ਤੇ ਜਿਹੜਾ ਤੁਸੀਂ ਕਿਸੇ ਨੂੰ ਫਿਜ਼ੀਕਲੀ ਮੋਟੀਵੇਟ ਕਰਦੇ ਹੋ, ਮੈਂਟਲੀ ਮੋਟੀਵੇਟ ਕਰਦੇ ਹੋ, ਤੇ ਉਹ ਚੀਜ਼ ਜਿਹੜੀ ਹੈ ਇਨਸਾਨ ਦਾ ਉਹ ਮੇਰਾ ਇੱਕ ਦੋਸਤ ਹੈ, ਉਹ ਕਹਿੰਦਾ ਕਿ ਬੰਦਾ ਬੰਦੇ ਦਾ ਦਾਰੂ ਹੈ, ਕਿ ਸਾਨੂੰ ਇੱਕ ਦੂਸਰੇ ਦੀ ਜ਼ਰੂਰਤ ਹੈ। ਅਸੀਂ ਇਹ ਜਿਹੜੀ ਇਨਸਾਨੀਅਤ ਹੈ, ਅਸੀਂ ਇੱਕ ਦੂਸਰੇ ਦੇ ਨਾਲ ਅਸੀਂ ਇੱਥੇ ਇਕੱਠੇ ਆ, ਅਸੀਂ ਭੈਣ ਭਰਾ, ਅਸੀਂ ਸਾਰੇ ਇੱਕ ਦੂਸਰੇ ਨਾਲ ਪਿਆਰ ਕਰੀਏ। ਜਾਤ ਪਾਤ ਨੂੰ ਤੁਸੀਂ ਅੱਗੇ ਕਰੋ ਤੇ ਇੱਕ ਦੂਸਰੇ ਨਾਲ ਪਿਆਰ ਕਰੋ। ਇਹ ਜਿਹੜੀ ਛੋਟੀ ਜਿਹੀ ਜ਼ਿੰਦਗੀ ਤੁਹਾਨੂੰ ਰੱਬ ਨੇ ਦਿੱਤੀ ਦੀ ਹੈ, ਤੇ ਅਗਰ ਇਹ ਕਮਿਊਨੀਕੇਸ਼ਨ ਤੁਸੀਂ ਅੱਛੀ ਕਰੋ, ਆਪਣੇ ਬੱਚਿਆਂ ਨੂੰ ਮੋਨੀਟਰ ਕਰੋ, ਉਹਨਾਂ ਨੂੰ ਅੱਛੀ ਐਜੂਕੇਸ਼ਨ ਦੇਵੋ, ਤੇ ਇਹ ਚੀਜ਼ਾਂ ਤੋਂ ਉਹ ਕਾਫੀ ਹੱਦ ਤੱਕ ਬਚ ਸਕਦੇ ਨੇ। ਤੇ ਇਹ ਮੇਰਾ ਪਰਸਪੈਕਟਿਵ ਹੈ ਕਿ ਇੱਥੋਂ ਦੀ ਗਰੋ ਅਪ ਹੋ ਕੇ ਕਿ ਮੈਂ ਕੀ ਦੇਖਿਆ ਕਿ ਕਿਸ ਤਰ੍ਹਾਂ ਪ੍ਰੀਵੈਂਸ਼ਨ ਤੁਸੀਂ ਕਰ ਸਕਦੇ ਹੋ ਯੂਥ ਨੂੰ ਡਰਗ ਤੇ ਨਾ ਆਉਣ ਦੀ। ਠੀਕ ਹੈ, ਥੈਂਕ ਯੂ ਡਾਕਟਰ ਸਲਮਾਨ ਸ਼ੇਖ। ਸੋ ਸਲਮਾਨ ਭਾਜੀ ਨੇ ਦੱਸਿਆ ਕਿ ਕਲਚਰ ਦਾ ਇਫੈਕਟ ਪੈਂਦਾ, ਦੋਸਤ ਤੁਹਾਡੇ ਫਰੈਂਡਸ ਕਿੱਦਾਂ ਉਹਦਾ ਇਫੈਕਟ ਪੈਂਦਾ, ਪੀਅਰ ਪ੍ਰੈਸ਼ਰ ਤੇ ਪੇਰੈਂਟਸ ਦੇ ਜ਼ਿਆਦਾ ਸਟ੍ਰਿਕਟਨੈਸ ਨਾ ਹੋਵੇ, ਇਹੋ ਜਿਹੀ ਗੱਲਾਂ ਤੋਂ ਬਚਾਅ ਕਰੋ। ਥੈਂਕਸ ਫਾਰ ਗਿਵਿੰਗ ਅਸ ਇਨਫੋਰਮੇਸ਼ਨ। ਤੇ ਹੁਣ ਅਸੀਂ ਪ੍ਰੋਫੈਸਰ ਰਵੀ ਅਜੇ ਨਹੀਂ ਆਏ ਤੇ ਉਹਨੇ ਡਾਕਟਰ ਸੇਠੀ ਨੂੰ ਕਹਿੰਦੇ। ਡਾਕਟਰ ਸੇਠੀ ਤਾਂ ਜਿਹੜੇ ਕਿ ਯੋਗਾ ਐਕਸਪਰਟ ਹੈ, ਆਯੁਰਵੈਦਿਕ ਡਾਕਟਰ ਹੈ, ਤੇ ਇਹਨਾਂ ਦਾ ਇੰਡੀਆ 'ਚ ਸੈਂਟਰ ਵੀ ਹੈਗਾ, ਤੇ ਇਹਨਾਂ ਤੋਂ ਸਲਾਹ ਲੈਣੇ। ਡਾਕਟਰ ਸੁਰਜੀਤ ਸੇਠੀ, ਤੁਸੀਂ ਇਹਦੇ ਬਾਰੇ ਕੀ ਕਹੋਗੇ ਜੀ? 5 ਮਿੰਟ 'ਚ ਸਮਰਾਈਜ਼ ਕਰੋ। ਪ੍ਰਣਾਮ, ਨਮਸਕਾਰ। ਮੇਰੇ ਹਿਸਾਬ ਮੁਤਾਬਕ ਅਗਰ ਅਸੀਂ ਬੱਚਿਆਂ ਨੂੰ, ਪਹਿਲੀ ਤਾਂ ਗੱਲ ਤਾਂ ਪੇਰੈਂਟਸ ਨੂੰ ਵੀ, ਕਿਉਂਕਿ ਬਹੁਤ ਜ਼ਰੂਰੀ ਹੈ ਬੱਚਿਆਂ ਨੂੰ ਜਦੋਂ ਟੀਨਏਜ ਦੇ ਵਿੱਚ ਪਹੁੰਚਦੇ ਨੇ ਉਦੋਂ ਉਹਨਾਂ ਦੀ, ਜਿਸ ਤਰ੍ਹਾਂ ਅਸੀਂ ਲੜਕੀ ਹੁੰਦੀ ਹੈ ਨਾ ਜਵਾਨ, ਤੇ ਉਹਦਾ ਧਿਆਨ ਰੱਖਦੇ ਹਾਂ, ਇੱਦਾਂ ਲੜਕਿਆਂ ਦਾ ਵੀ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਪੂਰੀ ਤਰ੍ਹਾਂ ਉਹਨਾਂ ਦੀ ਚੌਕਸੀ ਰੱਖੀਏ। ਔਰ ਦੂਸਰੀ ਗੱਲ, ਅੱਜ ਦੇ ਦਿਨ ਕੀ ਹੈ ਕਿ ਸਾਡੇ ਅੰਦਰ 4 ਕਿਸਮ ਦੇ ਹਾਰਮੋਨ ਜੋ ਬਹੁਤ ਜ਼ਰੂਰੀ ਨੇ ਰਿਲੀਜ਼ ਹੋਣੇ, ਡੋਪਾਮਾਈਨ, ਆਕਸੀਟੋਸਿਨ, ਸੈਰੋਟੋਨਿਨ ਔਰ ਐਂਡੋਰਫਿਨ, ਇਹਨਾਂ ਦੀ ਬਹੁਤ ਕਮੀ ਆ ਚੁੱਕੀ ਹੈ।
ਜਿਹੜਾ ਡੋਪਾਮਾਈਨ ਹਾਰਮੋਨ ਹੈ ਇਹ ਸਾਡੇ ਮੂਡ ਪ੍ਰੈਸ਼ਰ ਹੈ, ਮੂਡ ਨੂੰ ਠੀਕ ਕਰਦਾ ਹੈ। ਤੇ ਹੁਣ ਅਸੀਂ ਅੱਜ ਕੱਲ ਕੀ ਹੈ ਵੀ ਡਿਪਰੈਸ਼ਨ ਦੇ ਵਿੱਚ ਹਰੇਕ ਕਹਿੰਦਾ ਆਹ ਕੰਮ ਕਰਨਾ ਮਤਲਬ ਕਿ ਘਰੇ ਤੱਕ ਹੀ ਦੇਖਣਾ ਆਪਣੇ ਆਪ ਨੂੰ ਡਿਪਰੈਸ਼ਨ 'ਚ ਰੱਖਦਾ ਬੰਦਾ। ਕੋਈ ਏਦਾਂ ਦੀ ਐਕਟੀਵਿਟੀ ਨਹੀਂ ਕਰਦਾ ਜਿਹਦੇ ਨਾਲ ਫਰੈਸ਼ ਰਵੇ। ਕੋਈ ਡਾਂਸ ਦੀ ਐਕਟੀਵਿਟੀ ਹੋ ਗਈ ਜਿਸ ਤਰ੍ਹਾਂ, ਜਾਂ ਕਿਸੇ ਅੱਛਾ ਮਿਊਜ਼ਿਕ ਲਾ ਕੇ ਆਪਣੇ ਆਪ ਨੂੰ ਮੂਡ ਨੂੰ ਫਰੈਸ਼ ਕਰੇ, ਠੀਕ ਹੈ, ਚੰਗੀ ਆਕਸੀਜਨ ਲਵੇ, ਚੰਗਾ ਮਤਲਬ ਕਿ ਉਹ ਐਕਟੀਵਿਟੀ ਅਸੀਂ ਖਤਮ ਕਰਤੀ। ਕੋਈ ਐਕਟੀਵਿਟੀ ਸਾਡੇ ਅੰਦਰ ਵੀ ਸਵੇਰੇ ਉੱਠਣਾ, ਮਤਲਬ ਰਾਤ ਨੂੰ ਅਸੀਂ ਲੇਟ ਨਾਈਟ ਸੌਂਦੇ ਹਾਂ ਤੇ ਲੇਟ ਡੇ ਤੇ ਸਵੇਰੇ ਉੱਠਦੇ ਹਾਂ। ਸੂਰਜ ਨੂੰ ਤਾਂ ਅਸੀਂ ਦੇਖਣਾ ਹੀ ਭੁੱਲ ਗਏ ਹਾਂ, ਕਿਉਂਕਿ ਜਿੰਨੀ ਸਾਡੀ ਜਿਹੜੀ ਪਾਚਨ ਕਿਰਿਆ ਸਾਡੀ ਇਹ ਡੋਪਾਮਾਈਨ ਦੇ ਉੱਤੇ ਡਿਪੈਂਡ ਕਰਦੀ ਹੈ। ਸਾਡਾ ਮੂਡ ਤਾਂ ਹੀ ਫਰੈਸ਼ ਰਹੂਗਾ ਜੇ ਅਸੀਂ ਖੁਰਾਕ ਚੰਗੀ ਖਾਵਾਂਗੇ ਤੇ ਚੰਗੇ ਟਾਈਮ ਤੇ 6-7 ਘੰਟੇ ਦੀ ਜਿਵੇਂ ਨੀਂਦ ਹੈ ਉਹ ਨੀਂਦ ਲੈ ਕੇ ਸੂਰਜ ਦੇ ਚੜ੍ਹਨ ਤੇ ਅਸੀਂ ਉੱਠ ਜਾਈਏ। ਚੜ੍ਹਨ ਤੋਂ ਪਹਿਲਾਂ ਹੀ ਉੱਠਣਾ ਚਾਹੀਦਾ ਹੈ ਔਰ ਸੁੱਤਣ ਤੱਕ ਅਸੀਂ ਸੌਂ ਜਾਈਏ ਐਕਚੁਅਲ ਵਿੱਚ, ਕਿਉਂਕਿ ਸਾਡੀ ਜਿਹੜੀ ਪਾਚਨ ਕਿਰਿਆ ਹੈਗੀ ਹੈ ਉਹ ਸੂਰਜ ਦੇ ਨਾਲ ਡਿਪੈਂਡ ਕਰਦੀ ਹੈ। ਜੇ ਸਾਡਾ ਪਾਚਨ ਠੀਕ ਹੋਊਗਾ ਤਾਂ ਸਾਡਾ ਮੂਡ ਠੀਕ ਰਹੂਗਾ, ਖਾਣਾ ਠੀਕ ਪਚੂਗਾ, ਮੂਡ ਠੀਕ ਰਹੂਗਾ। ਸੋ ਡੋਪਾਮਾਈਨ ਹਾਰਮੋਨ ਰਿਲੀਜ਼ ਨਹੀਂ ਹੋ ਪਾਉਂਦਾ ਅਸੀਂ, ਕਿਉਂਕਿ ਚੰਦਰਮਾ ਦੇ ਵਿੱਚ ਅਸੀਂ ਖਾਂਦੇ ਹਾਂ। ਇਹ ਸੂਰਿਆ ਨਾੜੀ ਨੂੰ ਕਲੀਅਰ ਕਰਦਾ ਹੈਗਾ। ਡੋਪਾਮਾਈਨ ਹਾਰਮੋਨ ਕੀ ਹੈ, ਜਦੋਂ ਐਕਟਿਵ ਹੁੰਦਾ ਹੈ ਇਹ ਸੂਰਿਆ ਦੇ ਟਾਈਮ ਤੇ, ਇਹਨੂੰ ਅਸੀਂ ਈੜਾ ਨਾੜੀ, ਈੜਾ ਵੀ ਬੋਲਦੇ ਆ। ਈੜਾ, ਪਿੰਗਲਾ ਤੇ ਸੁਸ਼ਮਨਾ 3 ਨਾੜੀਆਂ ਹੁੰਦੀਆਂ ਨੇ ਮੇਨ ਸਾਡੇ ਅੰਦਰ। ਤੇ ਉਹ ਈੜਾ ਨਾੜੀ ਹੈ ਜਿਹੜੀ, ਇਹਨੂੰ ਐਕਟਿਵ ਰੱਖਣਾ ਬਹੁਤ ਜ਼ਰੂਰੀ ਹੈ ਤੇ ਉਹ ਸੂਰਿਆ ਦੇ ਟਾਈਮ ਤੇ ਹੁੰਦੀ ਹੈ। ਤੇ ਇਸ ਕਰਕੇ ਇਹ ਹਾਰਮੋਨ ਨੂੰ ਸਾਡਾ ਰਿਲੀਜ਼ ਹੋਣਾ ਬਹੁਤ ਜ਼ਰੂਰੀ ਹੈ। ਦੂਸਰਾ ਹਾਰਮੋਨ ਹੈ ਆਕਸੀਟੋਸਿਨ। ਇਹ ਹੈ ਲਵ ਹਾਰਮੋਨ, ਪ੍ਰੇਮ। ਪ੍ਰੇਮ ਅਸੀਂ ਕਿੱਥੋਂ ਲੈ ਸਕਦੇ ਹਾਂ, ਕਿਵੇਂ ਬੱਚਿਆਂ ਨੂੰ, ਕਿਸ ਤਰ੍ਹਾਂ ਅਸੀਂ ਜਦੋਂ ਸ਼ੁਰੂ ਹੁੰਦੇ ਅਸੀਂ ਬਾਹਰ ਪਹੁੰਚਦੇ ਆ ਵੀ ਉੱਥੋਂ ਫਲਾਣੇ ਬੰਦੇ ਤੋਂ ਬਹੁਤ ਅੱਛਾ ਪ੍ਰੇਮ ਮਿਲਦਾ ਮੈਨੂੰ, ਉੱਥੇ ਪ੍ਰੇਮ। ਅਰੇ ਅਸੀਂ ਆਪਣੇ ਬੱਚਿਆਂ ਨੂੰ ਤੇ ਆਪਣੇ ਆਪ ਨੂੰ ਭੁੱਲ ਗਏ, ਆਪਣੇ ਆਪ ਨਾਲ ਪ੍ਰੇਮ ਕਰਨਾ ਹੀ ਭੁੱਲ ਗਏ। ਅਸੀਂ ਆਪਣੇ ਆਪ ਨਾਲ ਪ੍ਰੇਮ ਕਰਾਂਗੇ, ਬੱਚਿਆਂ ਨੂੰ ਸਿਖਾਵਾਂਗੇ ਵੀ ਕੀ ਹੈ ਪ੍ਰੇਮ ਦੀ ਵੈਲਿਊ, ਕੀ ਹੈ ਅਸਲੀ ਪ੍ਰੇਮ ਕੀ ਹੈ। ਤੇ ਉਹ ਜਿਹੜੇ ਦੋਸਤਾਂ ਦੇ ਨਾਲ ਅਸੀਂ ਜਾਂਦੇ ਆ, ਅੱਗੇ ਜਾਂਦੇ ਆ, ਤੇ ਉਹ ਬੱਚੇ ਉਹ ਉੱਥੋਂ ਅੱਜ ਕੱਲ, ਕਿਉਂਕਿ ਹਰੇਕ ਨੂੰ ਘਾਟ ਹੈ ਪ੍ਰੇਮ ਦੀ ਤਾਂ ਹੈ ਹੀ ਨਹੀਂ, ਉਹ ਹਾਰਮੋਨ ਰਿਲੀਜ਼ ਹੀ ਨਹੀਂ ਹੋ ਪਾਉਂਦਾ ਆਕਸੀਟੋਸਿਨ। ਇਹ ਤਾਂ ਹੋਊਗਾ ਜੇ ਅਸੀਂ ਆਪਣੇ ਆਪ ਨਾਲ ਅੰਦਰ ਜੁੜਾਂਗੇ। ਤੇ ਇਸ ਵਾਸਤੇ ਕੀ ਹੈ ਵੀ ਸਾਨੂੰ ਇਹਦੇ ਵਾਸਤੇ ਮੈਡੀਟੇਸ਼ਨ ਕਰਨੀ ਵੀ ਬਹੁਤ ਜ਼ਰੂਰੀ ਹੈ। ਤੇ ਅਸੀਂ 10 ਮਿੰਟ 15 ਮਿੰਟ ਜਿੰਨਾ ਵੀ ਮੈਕਸਿਮਮ ਆਪਾਂ ਆਪਣੇ ਆਪ ਸਰੀਰ ਨਾਲ ਜੋੜ ਸਕਦੇ, ਸ਼ਾਂਤ ਹੋ ਕੇ ਬੈਠਣਾ, ਉਹਦੇ ਨਾਲ ਇਹ ਰਿਲੀਜ਼ ਹੁੰਦਾ ਹੈ। ਤੇ ਤੀਸਰਾ ਹਾਰਮੋਨ ਹੈ ਸੈਰੋਟੋਨਿਨ। ਇਹ ਸਾਡੇ ਡਿਪਰੈਸ਼ਨ ਦਾ ਹਾਰਮੋਨ ਹੈ। ਇਹਦੇ ਨਾਲ ਡਿਪਰੈਸ਼ਨ ਰਿਲੀਜ਼ ਹੁੰਦਾ ਸਾਡਾ। ਜਦੋਂ ਇਹ ਅਸੀਂ ਕੀ ਕਰਦੇ ਆ, ਅੱਜ ਕੱਲ ਦੇਖ ਲਓ ਇੰਨੀ ਭੱਗ ਦੌੜ ਦੇ ਵਿੱਚ ਸਾਰੇ ਲੋਕ, ਹਰ ਇੱਕ ਨੂੰ ਡਿਪਰੈਸ਼ਨ ਹੈ। ਨੀਂਦ ਵੀ ਅਸੀਂ ਪ੍ਰੋਪਰਲੀ ਨਹੀਂ ਲੈਂਦੇ, ਡਿਪਰੈਸ਼ਨ ਦੇ ਵਿੱਚ ਜੀ ਰਹੇ ਆ ਟੋਟਲੀ। ਸਾਰਾ ਦਿਨ ਸਵੇਰ ਤੋਂ ਸ਼ਾਮ ਤੱਕ ਆਪਣੇ ਕੰਮ ਚੋਂ, ਕਿਉਂਕਿ ਕਰੋਨਾ ਤੋਂ ਬਾਅਦ ਤਾਂ ਬਹੁਤ ਜ਼ਿਆਦਾ ਹਰੇਕ ਪਾਸੇ ਇੰਡੀਆ 'ਚ ਵੀ ਬਾਹਰ ਵੀ ਦੇਖ ਰਹੇ ਆ ਵੀ ਜੋ ਇਕਨੋਮਿਕ ਕੰਡੀਸ਼ਨ ਹੈ ਹਰੇਕ ਦੀ ਡਾਊਨ ਹੋ ਗਈ ਹੈ ਬਹੁਤ ਜ਼ਿਆਦਾ। ਤੇ ਉਹ ਆਪਣੇ ਖਾਣ ਪੀਣ ਤੋਂ ਹੀ ਲੱਗਿਆ ਪਿਆ ਵੀ ਅਸੀਂ ਕਿਵੇਂ ਗੁਜ਼ਾਰਾ ਕਰੀਏ। ਤੇ ਇਸ ਤਰ੍ਹਾਂ ਬੰਦੇ ਡਿਪਰੈਸ਼ਨ 'ਚ ਬਹੁਤ ਚਲੇ ਗਏ। ਇਹ ਹਾਰਮੋਨ ਦਾ ਰਿਲੀਜ਼ ਹੋਣਾ ਵੀ ਬਹੁਤ ਜ਼ਰੂਰੀ ਹੈ। ਸੋ ਇਹ ਵੀ ਅਸੀਂ ਸ਼ਾਂਤ ਹੋ ਕੇ ਬੈਠਾਂਗੇ, ਥੋੜਾ ਜਿਹਾ ਪਲੈਨਿੰਗ ਨਾਲ ਚੱਲਾਂਗੇ ਤਾਂ ਇਹ ਰਿਲੀਜ਼ ਹੋਊਗਾ, ਇਸ ਤਰ੍ਹਾਂ ਰਿਲੀਜ਼ ਨਹੀਂ ਹੋਣਾ। ਤੇ ਚੌਥਾ ਹੈ ਐਂਡੋਰਫਿਨ ਹਾਰਮੋਨ। ਇਹ ਸਾਡੇ ਅੰਦਰ ਪੋਜ਼ਿਟਿਵਿਟੀ ਨੂੰ ਰਿਲੀਜ਼ ਕਰਦਾ ਹੈ। ਪੋਜ਼ਿਟਿਵ ਹੋਣਾ ਬਹੁਤ ਜ਼ਰੂਰੀ ਹੈ। ਅੱਜ ਅਸੀਂ ਸਾਰਾ ਦਿਨ ਨੈਗੇਟਿਵ ਮੂਵੀਜ਼, ਜਿਸ ਤਰ੍ਹਾਂ ਸਲਮਾਨ ਭਾਵ ਜੀ ਨੇ ਦੱਸਿਆ ਵੀ ਬੱਚਿਆਂ ਦੀ ਐਕਟੀਵਿਟੀ ਉੱਤੇ ਪੂਰਾ ਧਿਆਨ ਰੱਖਿਆ ਜਾਵੇ ਵੀ ਉਹ ਨੈਗੇਟਿਵ ਚੀਜ਼ ਤਾਂ ਨਹੀਂ ਦੇਖ ਰਹੇ, ਕਿਉਂਕਿ ਮੀਡੀਆ ਨੇ ਹੀ ਅੱਜ ਕੱਲ ਸਾਰੇ ਮਾਂ-ਬਾਪ ਬੱਚਿਆਂ ਦੇ ਤਾਂ ਮੀਡੀਆ ਹੀ ਬਣਿਆ ਪਿਆ। ਜੋ ਮੋਬਾਈਲ ਦੇ ਨਾਲ ਬੱਚੇ ਲੱਗੇ ਰਹਿੰਦੇ ਨੇ, ਟੀਵੀ ਦੇ ਉੱਤੇ ਜੋ ਵੀ ਹੈ ਉਹਨੂੰ ਵਾਚ ਆਊਟ ਕਰਨਾ ਬਹੁਤ ਜ਼ਰੂਰੀ ਹੈ। ਪੋਜ਼ਿਟਿਵਿਟੀ ਰੱਖਣਾ, ਕਿਉਂਕਿ ਜਿੰਨਾ ਮੀਡੀਆ ਹੈ, ਜਿੰਨਾ ਇਹ ਮੋਬਾਈਲ ਦੇ ਵਿੱਚ ਬੱਚੇ ਕੋਈ ਵੀ ਚੀਜ਼ ਦੇਖਦੇ ਨੇ ਉਹ ਸਾਰੀਆਂ ਨੈਗੇਟਿਵਿਟੀ ਫੈਲਾਉਂਦੀਆਂ ਨੇ। तो ਇਸ ਤੋਂ ਦੂਰ ਰਹਿਣਾ ਬਹੁਤ ਜ਼ਰੂਰੀ ਹੈ। तो मैं तो ਇਹ ਕਹੂੰਗਾ ਵੀ ਬੱਚਿਆਂ ਨੂੰ ਤੁਸੀਂ ਜਦੋਂ ਬੱਚਾ ਟੀਨੇਜ ਦੇ ਵਿੱਚ ਪਹੁੰਚਦਾ, ਪਹਿਲਾਂ ਤਾਂ ਬਚਪਨ ਤੋਂ ਹੀ ਅਸੀਂ ਥੋੜਾ ਜਿਹਾ ਆਪਣੇ ਘਰ ਦੇ ਵਿੱਚ ਇੱਕ ਛੋਟਾ ਜਿਹਾ ਅਲੱਗ ਤੋਂ ਇੱਕ ਮੈਡੀਟੇਸ਼ਨ ਰੂਮ ਵੀ ਥੋੜਾ ਜਿਹਾ 10 ਮਿੰਟ ਅਸੀਂ ਉੱਥੇ ਬੈਠ ਜਾਈਏ। ਪਹਿਲਾਂ ਪੇਰੈਂਟਸ ਬੈਠਣਗੇ ਤਾਂ ਬੱਚੇ ਸਿੱਖਣਗੇ, ਤੇ ਫਿਰ ਉਹ ਬੱਚਾ ਉਹ ਇਨਵਾਇਰਨਮੈਂਟ ਦੇ ਵਿੱਚ ਨਾਲ ਜੁੜਿਆ ਰਹਿੰਦਾ।
ਨਹੀਂ ਤਾਂ ਉਹ ਬਾਹਰ ਲੱਭਦਾ, ਕਿਉਂਕਿ ਉਸ ਤੋਂ ਪ੍ਰੇਮ ਚਾਹੀਦਾ, ਪੇਰੈਂਟਸ ਦੇ ਨਹੀਂ ਪਾਉਂਦੇ, ਉਹਨਾਂ ਨੂੰ ਟਾਈਮ ਨਹੀਂ ਦਿੰਦੇ, ਤੇ ਇਸ ਕਰਕੇ ਬੱਚਾ ਬਾਹਰ ਦੌੜਦਾ। ਬਾਹਰ ਫਿਰ ਉਹ ਸੁਸਾਇਟੀ ਜਿਹੜੀ ਹੈ, ਕੰਪਨੀ ਹੈ, ਉਹਦੀ ਫਰੈਂਡਸ਼ਿਪ ਸਰਕਲ ਹੈ, ਜਿਸ ਤਰ੍ਹਾਂ ਸਨਮਾਨ ਭਾਜੀ ਨੇ ਦੱਸਿਆ ਵੀ ਇਹ ਉਹ ਫਿਰ ਉਹਨੂੰ ਕਹਿੰਦਾ ਇੱਕ ਥੋੜਾ ਜਿਹਾ ਬਸ ਆ ਲੈ ਕੇ ਦੇਖ ਕਿੱਦਾਂ, ਬਸ ਉਹ ਕਰਕੇ ਉਹ ਉਹਦੇ ਚ ਲਿਪਤ ਹੋ ਜਾਂਦਾ ਨਸ਼ੇ ਦੇ ਵਿੱਚ। ਤੇ ਸੋ ਸਾਨੂੰ ਇਹ ਬਹੁਤ ਜ਼ਰੂਰੀ ਹੈ। ਪਹਿਲਾਂ ਤਾਂ ਪੇਰੈਂਟਸ ਦੀ ਡਿਊਟੀ ਬਣਦੀ ਹੈ, ਆਪਾਂ ਬਾਹਰ ਭੱਜਦੇ ਹਾਂ ਵੀ ਬੱਚਿਆਂ ਨੂੰ ਇਹ ਕਿਉਂ ਸੁਸਾਇਟੀ ਨੇ ਖਰਾਬ ਕੀਤਾ। ਸੁਸਾਇਟੀ ਨੇ ਨਹੀਂ, ਇਹਦੇ ਜ਼ਿੰਮੇਦਾਰ ਇਹਦੇ ਆਪਣੇ ਪੇਰੈਂਟਸ ਹੀ ਨੇ। ਬੱਚਿਆਂ ਨੂੰ ਜੋ ਗਲਤ ਲੱਠ ਪੈਂਦੀ ਹੈ, ਆਦਤ ਪੈਂਦੀ ਹੈ ਇਹ ਨਸ਼ੇ ਦੀ, ਤੇ ਇਹ ਪੇਰੈਂਟਸ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਦੇਖੋ ਅੱਜ ਕੱਲ੍ਹ ਬੱਚੇ 1 ਜਾਂ 2 ਹੈ ਹਰੇਕ, ਕੋਈ ਉਹ ਪਹਿਲਾਂ ਦੀ ਤਰ੍ਹਾਂ ਉਹ ਤਾਂ ਹੈ ਨਹੀਂ ਵੀ 10-10 12-12 ਠੀਕ ਹੋ ਗਏ ਜੀ, ਪਤਾ ਨਹੀਂ ਹੁੰਦਾ ਸੀ, ਉਦੋਂ ਮਾਹੌਲ ਕੁਝ ਹੋਰ ਸੀਗਾ। ਹੁਣ ਅੱਜ ਦੇ ਦਿਨ ਤਾਂ 1-2 ਨੂੰ ਅਸੀਂ ਉਹ ਬੱਚਿਆਂ ਨੂੰ ਨਹੀਂ ਸੰਭਾਲ ਪਾਉਂਦੇ। ਤੋ ਇਸ ਕਰਕੇ ਜ਼ਿਆਦਾ ਡਿਊਟੀ ਤਾਂ ਪੇਰੈਂਟਸ ਦੀ ਹੈ ਵੀ ਬੱਚਿਆਂ ਦੇ ਉੱਤੇ ਪੂਰਾ ਧਿਆਨ ਰੱਖਣ, ਪੂਰੀ ਤਰ੍ਹਾਂ ਉਹਨਾਂ ਦੀ ਹਰ ਤਰ੍ਹਾਂ ਦੀ ਡਿਵੈਲਪਮੈਂਟ, ਉਹਨਾਂ ਦੀ ਜੋ ਇੱਛਾ, ਜੋ ਮਤਲਬ ਕਿ ਸਹੀ ਇੱਛਾ ਨੂੰ ਪੂਰਾ ਕਰਨ, ਉਹਨਾਂ ਨੂੰ ਗਲਤ ਦਿਸ਼ਾ ਵੱਲ ਨਾ ਜਾਣ ਦੇਣ। ਜੀ ਸੋ ਮੈਂ ਇਹੀ ਕਹੂੰਗਾ ਵੀ ਜ਼ਰੂਰ ਘਰ ਦੇ ਵਿੱਚ ਨਾ ਇੱਕ ਮੈਡੀਟੇਸ਼ਨ ਰੂਮ, ਇੱਕ ਮਤਲਬ ਕਿ ਜਿੱਥੇ ਨਾ ਇੱਕ ਕਮਰਾ ਇਦਾਂ ਦਾ ਬਣਿਆ ਜਿਹਦੇ ਵਿੱਚ ਅਸੀਂ ਡਾਂਸ ਕਰੀਏ ਖੂਬ, ਕਿਉਂਕਿ ਇਹਦੇ ਨਾਲ ਇਹ ਹਾਰਮੋਨ ਰਿਲੀਜ਼ ਹੋਣੇ ਨੇ। ਅਸੀਂ ਉਹ ਭੁੱਲ ਹੀ ਗਏ ਆ, ਅਸੀਂ ਕਲੱਬਾਂ 'ਚ ਜਾ ਕੇ ਡਾਂਸ ਕਰਦੇ ਆ, ਤੇ ਉਦਾਂ ਸੁਸਾਇਟੀ ਦੇ ਵਿੱਚ ਉੱਥੇ ਉਹੀ ਡਰਿੰਕ ਚੱਲਦੀ ਹੈ, ਜੋ ਦੂਸਰਾ ਹੀ ਦੇਖਦੇ ਹੀ ਆਪਾਂ ਕੀ ਹਰਕਤਾਂ ਹੁੰਦੀਆਂ ਨੇ, ਫਿਰ ਉਹੀ ਬੱਚੇ ਸਿੱਖਦੇ ਆ, ਬੱਚੇ ਸਾਡੇ ਨਾਲ ਹੁੰਦੇ ਆ। ਇਹਦੇ ਨਾਲ ਤਾਂ ਘਰ ਨੂੰ ਇੱਕ ਅਸੀਂ ਕਮਰਾ ਉਦਾਂ ਦਾ ਬਣਾ ਕੇ ਆਪਦੇ ਫੈਮਿਲੀ ਜੀ ਠੀਕ ਹੈ ਸਰ। ਬੱਚਿਆਂ ਨੂੰ ਟਾਈਮ ਦੇਣਾ ਬਹੁਤ ਜ਼ਰੂਰੀ ਹੈ ਅੱਜ ਦੇ। ਠੀਕ ਹੈ, ਹਾਂਜੀ ਸਰ, ਸੋ ਥੈਂਕ ਯੂ। ਡਾਕਟਰ ਸੇਠੀ ਨੇ ਦੱਸਿਆ ਕਿ ਇਹਦੇ ਕਾਰਨ, ਜਿਵੇਂ ਦੱਸਿਆ ਕਿ ਯੋਗਾ ਜਾਂ ਕੁਛ ਆਪਣੀ ਡੋਪਾਮਾइन, ਸੈਰਾਟੋਨਿਨ, ਐਂਡੋਰਫਿਨ ਐਂਡ ਆਕਸੀਟੋਸਿਨ, ਇਹ ਜਿਹੜੇ ਹਾਰਮੋਨਸ ਚੰਗੀ ਤਰ੍ਹਾਂ ਰਿਲੀਜ਼ ਨਹੀਂ ਹੁੰਦੇ, ਇਹ ਵੀ ਇੱਕ ਕਾਰਨ ਹੈ ਕਿ ਬੱਚੇ ਨਸ਼ੇ ਪੱਤਿਆਂ ਵੱਲ ਵੱਧ ਰਹੇ ਆ। ਬਾਕੀ ਪੇਰੈਂਟਸ ਨੂੰ ਸਹੀ ਗਾਈਡੈਂਸ ਨਹੀਂ ਮਿਲਦਾ, ਤੇ ਇਹਨਾਂ ਨੇ ਇੱਕ ਸਲਾਹ ਦਿੱਤੀ ਹੈ ਕਿ ਘਰੇ ਇੱਕ ਮੈਡੀਟੇਸ਼ਨ ਰੂਮ ਹੋਣਾ ਚਾਹੀਦਾ, ਕਿ ਜਿੱਥੇ ਤੁਸੀਂ ਬਹਿ ਕੇ ਆਪਦਾ ਡੇਲੀ ਪ੍ਰੇਅਰ ਜਾਂ ਫਿਰ ਆਪਣੇ ਆਪ ਨਾਲ ਕੁਛ ਟਾਈਮ ਬਿਤਾਓ, ਤਾਂ ਕਿ ਤੁਸੀਂ ਇਸ ਤੋਂ ਬਚਾਅ ਕਰ ਸਕੋ। ਥੈਂਕ ਯੂ ਡਾਕਟਰ ਸੇਠੀ। ਤੇ ਇੱਕ ਮੈਂ ਤੁਹਾਨੂੰ ਦੱਸਦਾ ਕਿ ਡਾਕਟਰ ਸੇਠੀ ਨਾਲ ਮੈਂ ਸਲਾਹ ਕਰ ਰਿਹਾ ਸੀ ਕਿ ਜੇਕਰ ਸਾਡੀ ਸਲਾਹ ਹੈਗੀ ਹੈ ਕਿ ਜੇ ਯੋਗਾ ਕਰਾਉਣਾ ਹੋਵੇ, ਫ੍ਰੀ ਯੋਗਾ ਕਰਾਉਣਗੇ ਇਹ ਸਟਾਰਟਿੰਗ ਤੇ ਜੇ ਕਿਸੇ ਨੇ ਜੁਆਇਨ ਕਰਨਾ ਹੋਵੇ ਸੈਟਰਡੇ ਐਂਡ ਸੰਡੇ ਐਨੀ ਟਾਈਮ ਤੁਸੀਂ ਦੱਸ ਸਕਦੇ ਹੋ ਮੈਨੂੰ। ਜੇ ਕਰਨਾ ਹੋਵੇ ਤਾਂ ਆਪਾਂ ਫ੍ਰੀ ਕਲਾਸ ਸ਼ੁਰੂ ਕਰ ਸਕਦੇ ਹਾਂ ਸੈਟਰਡੇ ਐਂਡ ਸੰਡੇ, ਹੋਪਫੁਲੀ ਇਨ ਦਾ ਮਾਰਨਿੰਗ ਟਾਈਮ ਹੋ ਸਕਦੀ ਆ, ਅਰਲੀ ਮਾਰਨਿੰਗ। ਤੇ ਉਹਦੇ 'ਚ ਕੋਈ ਵੀ ਕਿਸੇ ਨੂੰ ਸਲਾਹ, ਕੋਈ ਗਾਈਡੈਂਸ ਚਾਹੀਦਾ ਹੋਵੇ ਉਹ ਲੈ ਸਕਦੇ ਆ। ਕਿਸੇ ਤਰ੍ਹਾਂ ਦਾ ਯੋਗਾ, ਹਰ ਤਰ੍ਹਾਂ ਦੀ ਸਲਾਹ 'ਚ ਐਕਸਪਰਟ ਡਾਕਟਰ ਸੇਠੀ ਹੈਗੇ, ਦੱਸ ਸਕਦੇ ਆ। ਐਂਡ ਤੇ ਥੈਂਕ ਯੂ। ਐਂਡ ਸਾਡੇ ਨਾਲ ਹੁਣ ਡਾਕਟਰ ਰਾਜਪਾਲ ਵੋਰਾ ਵੀ ਜੁਆਇਨ ਕੀਤਾ। ਥੈਂਕ ਯੂ ਡਾਕਟਰ ਰਾਜਪਾਲ ਵੋਰਾ, ਕੀ ਹਾਲ ਚਾਲ ਹੈ ਜੀ? ਇਹ ਸਾਡੇ ਨਾਲ ਆਈ ਸਪੈਸ਼ਲਿਸਟ ਲਾਸਟ ਟਾਈਮ ਆਏ ਸੀ, ਪਹਿਲਾਂ ਵੀ ਆਪਾਂ ਬਹੁਤ ਦਿੱਲੀ ਦੇ ਵਿੱਚ ਇਹਨਾਂ ਦੇ ਹੈਗੇ। ਹਾਂਜੀ ਸਰ। ਤੇ ਟਾਂਡੀ ਭਾਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਮੈਂ ਵੀ ਥੋੜਾ ਐਡ ਕਰਨਾ ਮਾੜਾ ਜਿਹਾ ਹਾਂਜੀ ਵਿੱਚ ਇਹਦੇ, ਕਰਦਾ ਐਡ। ਹਾਂਜੀ ਸਰ ਕਰ ਦਿਓ ਜੀ, ਉਸ ਤੋਂ ਬਾਅਦ ਫਿਰ ਪ੍ਰੋਫੈਸਰ ਰਵੀ ਨਾਲ ਗੱਲ ਕਰਦੇ ਸ਼ੁਰੂ ਤੋਂ ਬਾਅਦ। ਹਾਂਜੀ ਸਰ। ਹੈਲੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ, ਧੰਨਵਾਦ। ਤੇ ਮੈਂ ਥੋੜਾ ਐਡ ਕਰਨਾ ਚਾਹੁੰਦਾ, ਮੇਰੀ ਹੈ ਨਾ ਕੋਈ ਹੈ ਨਾ ਪੋਲੀਟਿਕਸ ਦੇ ਨਾਲ ਥੋੜੀ ਮੀਟਿੰਗ ਹੋਈ ਸੀਗੀ, ਮਤਲਬ 5 ਸਾਲ ਪਹਿਲਾਂ ਸਾਡੇ ਗੁਰਦੁਆਰਾ ਆਏ ਸੀ ਪੋਲੀਟਿਕਸ, ਉਹਨੂੰ ਮੈਂ ਕੋਈ ਕੁਐਸਚਨ ਇੱਕ ਮੈਂ ਰਾਈਜ਼ ਕੀਤਾ ਸੀਗਾ ਕਿ ਵਾਟ ਇਜ਼ ਦਾ ਬਿਗ ਇਸ਼ੂ, ਮਤਲਬ ਵੀ ਦਾ ਰਾਈਜ਼ਿੰਗ ਕ੍ਰਾਈਮ ਇਨ ਦਾ ਵਰਲਡ। ਉਹਨਾਂ ਨੇ ਮੈਨੂੰ ਆਨਸਰ ਦਿੱਤਾ ਸੀਗਾ, ਕਹਿੰਦੇ ਇਹ ਲੋਕੀ ਡਰੱਗ ਖਾਂਦੇ ਹੈ, ਇਹ ਕਰਦੇ ਹੈ, ਤਾਂ ਕਰਕੇ ਕ੍ਰਾਈਮ ਹੋ ਰਿਹਾ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਮੇਰੇ ਕੋਲ ਇੱਕ ਡਿਫਰੈਂਟ ਪਰਸਪੈਕਟਿਵ ਹੈਗਾ ਕਿ ਉਹ ਮਤਲਬ ਡਰੱਗ ਕਿਉਂ ਖਾਂਦੇ ਹੈਗੇ ਆ। ਕਿ ਮੈਂ ਕਿਹਾ ਵੀ ਸਿੱਖੀ ਦੇ ਵਿੱਚ ਸਾਡੇ ਮਤਲਬ ਵੀ ਧਰਮ 'ਚ ਲਿਖਿਆ ਹੈਗਾ, ਵੀ ਕੀ ਲਿਖਿਆ ਵੀ ਜਿਹੜੀ ਚੀਜ਼ ਕਿਸੇ ਬੰਦੇ ਕੋਲ ਹੈ ਨਹੀਂ, ਉਹ ਬੰਦਾ ਕਿਸੇ ਨੇ ਸ਼ੇਅਰ ਨਹੀਂ ਕਰ ਸਕਦਾ। ਤੇ ਮੈਂ ਉਹਦੇ ਨਾਲ ਡਿਟੇਲ 'ਚ ਗਿਆ ਸੀਗਾ। ਮੈਂ ਕਿਹਾ ਇਹ ਨਹੀਂ ਕਾਰਨ ਹੈਗਾ ਡਰੱਗ ਖਾਂਦੇ ਹੈਗਾ, ਉਹਦੇ ਪਿੱਛੇ ਕਾਰਨ ਹੈਗਾ ਪੇਰੈਂਟਸ ਦਾ। ਪੇਰੈਂਟਸ ਦਾ ਕਾਰਨ ਕਿ ਪੇਰੈਂਟਸ ਇਜ਼ ਦਾ ਫਰਸਟ ਰਿਸਪੋਂਸੀਬਲ ਪਰਸਨ ਆਫ ਦਾ ਚਿਲਡਰਨ। ਮਤਲਬ ਉਹਦੇ ਨਾਲ ਵੀ ਕਹਿੰਦੇ ਵੀ ਕੋਈ ਚੀਜ਼ ਤੁਹਾਡੇ ਕੋਲ ਹੈ ਨਹੀਂ, ਤੁਸੀਂ ਕਿਸੇ ਨੂੰ ਦੇ ਨਹੀਂ ਸਕਦੇ। ਵੀ ਤੁਸੀਂ ਅੱਜ ਸੁਣਿਆ ਹੋਣਾ ਵੀ ਕਈ ਮਤਲਬ ਵੀ ਮੋਸਟਲੀ ਮੇਰੇ ਹਿਸਾਬ ਦੇ ਨਾਲ ਜਿਹੜੇ ਵਰਲਡ ਦੇ ਵਿੱਚ ਜਨਰੇਸ਼ਨ ਹੈਗੀ ਆ, ਮੋਸਟਲੀ ਸੈਕਸ ਤੋਂ ਆਈ ਹੈਗੀ, ਨਾ ਸੈਕਸ ਦੇ ਲਵ। ਕਿ ਜਦੋਂ ਸਭ ਤੋਂ ਪਹਿਲਾਂ ਰੱਬ ਵੀ ਕਹਿੰਦਾ ਪ੍ਰੇਮ ਕਰੋ, ਤੇ ਫਿਰ ਉਸ ਤੋਂ ਬਾਅਦ ਇਹ ਚੀਜ਼ ਹੋਵੇ ਤੇ ਫਿਰ ਬੱਚਾ ਪੈਦਾ ਹੋਵੇ। ਉਹ ਬੱਚੇ ਦੇ ਵਿੱਚ ਸਾਰੀ ਚੀਜ਼ ਉਹ ਜਾਂਦੀ ਹੈਗੀ ਆ,
ਤੇ ਫਿਰ ਉਸ ਬੱਚੇ ਨੂੰ ਤੁਸੀਂ ਪੂਰਾ ਟ੍ਰੇਨਡ ਕਰ ਸਕਦੇ ਹੋ, ਜਿਸ ਪਾਸੇ ਤੁਸੀਂ ਮੋੜਨਾ ਚਾਹੋ ਉਹ ਤੁਸੀਂ ਮੋੜ ਸਕਦੇ ਹੋ। ਤੇ ਸਭ ਤੋਂ ਪਹਿਲੀ ਗੱਲ ਵੀ ਇਹ ਮਤਲਬ ਗੱਲ ਸ਼ੇਅਰ ਕਰਨੀ ਚਾਹੁੰਦੇ ਹੈਗਾ ਵੀ ਜਦ ਪੇਰੈਂਟਸ ਦੇ ਵਿੱਚੋਂ ਬੱਚੇ ਨੂੰ ਉਹ ਗੁਣ ਨਹੀਂ ਮਿਲੇ ਤੇ ਫਿਰ ਉਹ ਬੱਚਾ ਅੱਗੇ ਜਾ ਕੇ ਕਿਵੇਂ ਸ਼ੇਅਰ ਕਿਸ ਨੂੰ ਕਰੇਗਾ, ਕਿ ਉਸ ਕੋਲ ਕੋਈ ਹੈ ਹੀ ਨਹੀਂ ਉਹ ਗੁਣ। ਉਹ ਅੱਗੇ ਜਾ ਕੇ ਉਹ ਪ੍ਰੇਮ ਕਿਵੇਂ ਸ਼ੇਅਰ ਕਰੇਗਾ, ਪ੍ਰੇਮ ਤੇ ਮਿਲਿਆ ਹੀ ਨਹੀਂ ਪੇਰੈਂਟਸ ਤੋਂ। ਠੀਕ ਹੈ, ਕਿਉਂਕਿ ਇੱਕ ਪ੍ਰੇਮ ਮਿਲਿਆ ਨਹੀਂ ਪੇਰੈਂਟਸ ਤੋਂ, ਜਿਹੜਾ ਪੇਨ ਹੈਗੀ ਆਫਟਰ ਪ੍ਰੇਮ ਆ, ਜਿਹੜਾ ਦਾ ਪੇਨ ਪਾਰਟ ਆਫਟਰ ਲਵ। ਕਿਸੇ ਕੋ ਪਿਆਰ ਹੈਗਾ ਉਸ ਤੋਂ ਬਾਅਦ ਪੇਨ ਹੈਗੀ ਹੈ, ਜਿਹਨਾਂ ਕੋਲ ਪਿਆਰ ਨਹੀਂ ਹੈ ਉਹਨਾਂ ਕੋਲ ਪੇਨ ਨਹੀਂ ਹੁੰਦੀ, ਉਹ ਤੇ ਬੰਦੇ $5 ਪਿੱਛੇ ਵੀ ਕਿਸੇ ਨੂੰ ਕਿਲ ਕਰ ਦਿੰਦੇ ਆ। ਤੇ ਮੇਰਾ ਕਹਿਣ ਦਾ ਮਤਲਬ ਇਹ ਹੈਗਾ ਵੀ ਪੇਰੈਂਟਸ ਨੂੰ ਇਨਕਰੇਜ ਕਰਨਾ ਚਾਹੀਦਾ ਹੈਗਾ, if you no need the child please don't make it. thank you thank you thank you ਹਾਂਜੀ ਹਾਂਜੀ ਜਿਮ ਭਾਜੀ ਕੁਝ ਕਹਿਣਾ ਚਾਹੁੰਦੇ ਆ, ਉਦੋਂ ਬਾਅਦ ਫਿਰ ਪ੍ਰੋਫੈਸਰ ਰਵੀ ਨਾਲ ਆਪਾਂ ਸ਼ੁਰੂ ਕਰਦੇ ਹਾਂ ਗੱਲ। ਹਾਂਜੀ ਸਿਰਫ 1 ਮਿੰਟ ਹੀ ਲਵਾਂਗਾ ਜੀ ਤੁਹਾਡਾ। ਮੈਂ ਜਿਵੇਂ ਕਿ ਟਾਂਡੀ ਭਾਜੀ ਨੇ ਗੁਣਾਂ ਦੀ ਗੱਲ ਕੀਤੀ ਆ, ਸਲਮਾਨ ਨੇ ਵੀ ਕਾਫੀ ਕੁਛ ਕਵਰ ਕੀਤਾ ਆ, ਡਾਕਟਰ ਸੇਠੀ ਸਾਹਿਬ ਨੇ ਬਹੁਤ ਕੁਛ, ਇਸ ਕਰਕੇ ਇਹਨਾਂ ਤਾਂ ਕੁਛ ਕਹਿਣੇ ਨੂੰ ਹੈ ਨਹੀਂ ਮੇਰੇ ਕੋਲ। ਮੈਂ ਬਸ ਇਹੀ ਕਹਿਣਾ ਚਾਹੁੰਦਾ ਕਿ ਜਿਹੜਾ ਇੱਕ ਡਰਗ ਹੁੰਦਾ ਨਾ ਜਾਂ ਕੋਈ ਵੀ ਚੀਜ਼, ਇੱਕ ਇਹ ਨਸ਼ਾ ਆ ਇਹ, ਠੀਕ ਹੈ ਨਾ। ਤੇ ਇਹ ਨਸ਼ਾ ਜਿਵੇਂ ਅਸੀਂ ਗੱਲ ਕਰਦੇ ਹੈਗੇ ਆ ਨਾ ਕਿ ਇਸ ਨਸ਼ਾ ਚੰਗਾ ਵੀ ਨਸ਼ਾ ਹੁੰਦਾ ਆ, ਮਾੜਾ ਵੀ ਨਸ਼ਾ ਹੁੰਦਾ ਆ। ਜਦੋਂ ਜਿਵੇਂ ਕਿ ਗੱਲ ਡਾਕਟਰ ਜੀ ਨੇ ਕੀਤੀ ਹੈਗੀ ਨਾ ਕਿ ਘਰ ਦੇ ਵਿੱਚ ਹੀ ਸਭ ਕੁਝ ਉਹ ਕਰਨਾ ਚਾਹੀਦਾ ਤਾਂ ਜੋ ਕਿ ਇੱਕ ਕਨੈਕਸ਼ਨ ਹੋ ਜਾਂਦਾ, ਤੇ ਇਸੇ ਤਰ੍ਹਾਂ ਉਹ ਵੀ ਇੱਕ ਨਸ਼ਾ ਹੀ ਹੁੰਦਾ ਆ। ਤੇ ਨਸ਼ਾ ਇਟਸ ਅਪ ਟੂ ਦ ਪੇਰੈਂਟਸ ਕਿ ਅਸੀਂ ਆਪਣੇ ਬੱਚੇ ਨੂੰ ਕਿਹੋ ਜਿਹਾ ਨਸ਼ਾ ਦੇਣਾ ਆ, ਠੀਕ ਹੈ ਨਹੀਂ। ਮਤਲਬ ਕਿ ਨਸ਼ਾ ਆਲਸੋ, ਨਸ਼ੇ ਦਾ ਮਤਲਬ ਇਹ ਵੀ ਨਹੀਂ ਹੁੰਦਾ ਹੈਗਾ ਕਿ ਇਸ ਡਰਗ ਜਾਂ ਅਲਕੋਹਲ ਜਾਂ ਉਹ, ਨਸ਼ੇ ਦਾ ਮਤਲਬ ਇਹ ਇਸ ਲਾਈਕ ਐਂਟਰਟੇਨਮੈਂਟ, ਕਿ ਕਰਨਾ ਕੀ ਹੈਗਾ। ਜਦੋਂ ਉਹ ਅੱਛਾ ਐਂਟਰਟੇਨਮੈਂਟ ਕਰਨ ਲੱਗ ਪਏਗਾ ਉਹ ਵੀ ਨਸ਼ਾ ਹੀ ਹੁੰਦਾ ਆ। ਉਹ ਜਦੋਂ ਉਹ ਚੀਜ਼ ਤੁਹਾਡੇ ਬੱਚੇ ਦੇ ਵਿੱਚ ਮਾਂ ਪਿਓ ਨੇ ਪਾ ਦਿੰਦਾ ਹੈਗਾ ਨਾ ਕਿ ਇੱਕ ਅੱਛਾ ਨਸ਼ਾ, ਜੋ ਕਿ ਤਾਂ ਜੋ ਕਿ ਫਸਟ ਆਫ ਆਲ ਕਮਿਊਨੀਕੇਸ਼ਨ ਇਜ਼ ਵਨ ਆਫ ਦ ਬਿਗੇਸਟ ਜਿਹੜੀ ਹੈਗੀ ਆ ਕਮਜ਼ੋਰੀ ਹੈਗੀ ਪੇਰੈਂਟਸ ਦੇ ਵਿੱਚ। ਤੇ ਬਾਅਦ ਵਿੱਚ ਅਸੀਂ ਬੱਚਿਆਂ ਦੇ ਤੇ ਦੂਸਰਿਆਂ ਦੇ ਸੁਸਾਇਟੀ ਕਹਿ ਦਿੰਦੇ ਆ ਇਹ ਹੋ ਗਿਆ ਉਹ ਹੋ ਗਿਆ। ਫਸਟ ਆਫ ਆਲ ਸਭ ਤੋਂ ਵੱਡਾ ਕਸੂਰ ਪੇਰੈਂਟਸ ਦਾ ਹੀ ਆਉਂਦਾ, and that's about it. And parents are the one who can ਅੱਛੇ ਉਹਨਾਂ ਨੂੰ ਸੰਸਕਾਰ ਦੇਣ, that's it. ਤੇ ਫਿਰ ਨਸ਼ੇ ਵੱਲ ਬੱਚਾ ਜਾਊਗਾ ਹੀ ਨਾ। ਬਿਲਕੁਲ, ਥੈਂਕ ਯੂ। ਓਕੇ ਹਾਂਜੀ, ਮੈਂ ਇੱਕ ਹੋਰ ਐਡ ਕਰੂੰਗਾ ਇਹਦੇ ਚ। ਹਾਂਜੀ ਡਾਕਟਰ ਸੁਰਜੀਤ ਸੇਠੀ ਕੁਛ ਐਡ ਕਰਨਾ ਜਿਸ ਤਰ੍ਹਾਂ ਇੱਧਰ ਇਹਨਾਂ ਨੇ ਦੱਸਿਆ, ਉਧਰੋਂ ਭਾਜੀ ਨੇ ਵੀ ਦੱਸਿਆ ਵੀ ਬੱਚੇ ਨੂੰ ਸਭ ਤੋਂ ਪਹਿਲਾਂ ਜਿਹੜੇ ਸੰਸਕਾਰ ਨੇ, ਜਦੋਂ ਪ੍ਰੈਗਨੈਂਸੀ ਕਨਸੀਵ ਕਰਦੇ ਆ ਪੇਰੈਂਟਸ, ਮਦਰ ਜਦੋਂ ਪ੍ਰੈਗਨੈਂਸੀ ਕਨਸੀਵ ਕਰਦੀ ਆ, ਇਹ ਉਸ ਤੋਂ ਜਿਹੜੇ 9 ਮਹੀਨੇ ਆ ਉਹਨੇ ਕਿਵੇਂ ਗੁਜ਼ਾਰਨੇ ਨੇ, ਇਹ ਬਹੁਤ ਜ਼ਰੂਰੀ ਆ। ਉੱਥੋਂ ਹੀ ਸੰਸਕਾਰ ਜੋ ਕਹਿੰਦੇ ਹੋਊਗੀ ਚੀਜ਼ ਤਾਂ ਅਸੀਂ ਦੇਵਾਂਗੇ, ਅਸੀਂ ਦਿੰਨੇ ਉਹਨਾਂ ਨੂੰ। ਸਾਰਾ ਦਿਨ ਮਦਰ ਹੈ ਮੋਬਾਈਲ ਦੇ ਨਾਲ ਲੱਗੀ ਹੋਈ ਹੈ, ਮੋਬਾਈਲ ਤੇ ਜੋ ਇੱਧਰ ਉੱਧਰ ਦੀਆਂ ਗੱਲਾਂ ਦੇਖਦੀ ਹੈ, ਕਿੰਨ ਜੋ ਵੀ ਚੱਲਦਾ ਹੈ, ਉਸ ਟਾਈਮ ਤੇ ਜਿਹੜੇ 9 ਮਹੀਨੇ ਜਿਹੜਾ ਗਰਭ ਸੰਸਕਾਰ ਦੇਣਾ ਹੈ ਉਹ ਬਹੁਤ ਜ਼ਰੂਰੀ ਹੋ ਗਿਆ ਅੱਜ ਦੇ ਦਿਨ। ਜੇ ਅੱਛੇ ਸੰਸਕਾਰ ਅੰਦਰੋਂ ਬੀਜ ਹੀ ਅੱਛਾ ਨਿਕਲੂਗਾ, ਸਾਡੇ ਅੰਦਰੋਂ ਬੀਜ ਅੱਛੇ ਸੰਸਕਾਰ ਦੇ ਕੇ ਬਾਹਰ ਕੱਢਾਂਗੇ, ਬੱਚੇ ਦਾ ਬ੍ਰੇਨ ਦੀ ਡਿਵੈਲਪਮੈਂਟ ਉਸ ਹਿਸਾਬ ਨਾਲ ਹੋਣ ਲੱਗ ਜਾਂਦੀ। ਤੇ ਇਹ ਬਹੁਤ ਜ਼ਰੂਰੀ ਹੈ ਜਿਹੜੇ 9 ਮਹੀਨੇ ਨਾ, ਐਕਚੁਅਲੀ ਜੇ ਮਦਰ ਹੀ 9 ਮਹੀਨੇ ਪੂਰਾ ਧਿਆਨ ਰੱਖ ਲੈ ਨਾ ਪ੍ਰੈਗਨੈਂਸੀ ਦੇ ਟਾਈਮ ਆਪਣਾ, ਵੀ ਉਹਨੂੰ ਮੈਂ ਜੋ ਬੱਚਾ ਮੇਰੇ ਪੇਟ ਦੇ ਅੰਦਰ ਪਲ ਰਿਹਾ ਹੈਗਾ ਉਹਨੂੰ ਕਿਸ ਤਰ੍ਹਾਂ ਦੇ ਮੈਂ ਬਣਾਉਣਾ ਚਾਹੁੰਦੀ ਹਾਂ, ਕਿਸ ਤਰ੍ਹਾਂ ਦਾ ਅੱਗੇ ਸੰਸਾਰ ਦੇ ਵਿੱਚ ਲੈ ਕੇ ਆਉਣਾ ਚਾਹੁੰਦੀ ਹਾਂ, ਤੇ ਇਹ ਉਹਦੀ ਡਿਊਟੀ ਹੈ। ਤੇ ਆਪਾਂ ਬਾਅਦ ਦੇ ਵਿੱਚ ਦੂਸਰਿਆਂ ਤੇ ਠੋਕ ਦਿੰਦੇ ਹਾਂ ਜੀ ਉਹਨੇ ਖਰਾਬ ਕਰਤਾ ਬੱਚੇ ਨੂੰ, ਉਹਨੇ ਕਰਤਾ। ਨਹੀਂ, ਇਹ ਮੇਨ ਸਾਡੀ ਜੜ ਹੀ ਠੀਕ ਹੋ ਜਾਊਗੀ ਤਾਂ ਸਾਰਾ ਕੁਝ ਠੀਕ ਹੋਊਗਾ। ਤੇ ਅੱਛੇ ਸੰਸਕਾਰ ਲੈ ਕੇ, ਅੱਛੀਆਂ ਕਵਿਤਾਵਾਂ, ਅੱਛੇ ਮਤਲਬ ਕਿ ਗੀਤ ਜੋ ਵੀ ਸੁਣੇ, ਅੱਛੇ ਸੁਣੇ। 9 ਮਹੀਨੇ ਦੇ 9 ਮਹੀਨੇ ਜਿਸ ਤਰ੍ਹਾਂ ਦਾ ਬਣਾਉਣਾ ਚਾਹੁੰਦੇ ਬੱਚੇ ਨੂੰ, ਉਸ ਤਰ੍ਹਾਂ ਦੀ ਉਹ ਕਰੂਗੀ ਤਾਂ ਬਿਲਕੁਲ ਉਸ ਤਰ੍ਹਾਂ ਹੀ ਬੱਚਾ ਪੈਦਾ ਹੋਊਗਾ। ਇਹ 100% ਸਹੀ ਹੈ। ਤੁਸੀਂ ਪਿਛਲੀਆਂ ਕਹਾਣੀਆਂ ਦੇਖ ਲਓ, ਜਿਸ ਤਰ੍ਹਾਂ ਬੱਚੇ ਪੈਦਾ ਹੁੰਦੇ ਸੀ, ਹੁਣ ਅੱਜ ਦੇ ਦਿਨ ਦੇਖ ਲਓ, ਸਾਰਾ ਦਿਨ 24 ਘੰਟੇ ਰਾਤ ਦਿਨ ਮੋਬਾਈਲ ਤੇ ਉਹ ਬੱਚੇ ਫਿਰ ਉਦਾਂ ਦੀਆਂ ਆਦਤਾਂ ਸਿੱਖਦੇ ਨੇ। ਠੀਕ ਹੈ ਜੀ, ਬਸ ਥੈਂਕ ਯੂ। ਠੀਕ ਹੈ, ਹਾਂਜੀ ਥੈਂਕ ਯੂ ਸਰ। ਲਾਸਟ ਥਿੰਗ, ਛੋਟੀ ਜਿਹੀ ਗੱਲ ਇਹੀ ਕਿ ਟਰਾਈ ਨਾਟ ਟੂ ਬਲੇਮ ਅਦਰਸ। ਉਹੀ ਅਸੀਂ ਬਾਰ-ਬਾਰ ਵੈਸੇ ਤਾਂ ਗੱਲ ਰਿਪੀਟ ਕਰੀ ਜਾਂਦੇ ਨਾ, ਡਿਫਰੈਂਟ ਵੇ ਨਾਲ, ਤਾਂ ਜੋ ਕਿ
ਕਿਸੇ ਨਾ ਕਿਸੇ ਹਿਸਾਬ ਦੇ ਨਾਲ ਇਹ ਗੱਲ ਸਿਰੇ ਚੜ ਜਾਵੇ, ਰਾਈਟ? ਹਾਂਜੀ ਇਟਸ ਵੈਰੀ ਇੰਪੋਰਟੈਂਟ ਥੈਂਕ ਯੂ ਕਿ ਟਰਾਈ ਨਾਟ ਟੂ ਕਿ ਕਿਸੇ ਦੇ ਬਲੇਮ ਲਾਉਣ ਤੋਂ ਪਹਿਲਾਂ ਨਾ ਇੱਕ ਵਾਰੀ ਆਪ ਨੂੰ ਖੁਦ ਨੂੰ ਸੋਚ ਲੈਣਾ ਚਾਹੀਦਾ ਕਿ ਮੇਰੇ 'ਚ ਤੇ ਨਹੀਂ ਕੋਈ ਨੁਕਸ। ਉਹ ਕੋਈ ਨਹੀਂ ਸੋਚਦਾ, ਹਮੇਸ਼ਾ ਹੀ ਦੂਸਰੇ ਵੱਲ ਉਂਗਲ ਕਰਦਾ ਹੈ। ਇਸੇ that's the one of the biggest problem that we have. ਥੈਂਕ ਯੂ ਤੇ ਥੈਂਕ ਯੂ ਸਰ। ਤੇ ਸਾਡੇ ਨਾਲ ਪ੍ਰੋਫੈਸਰ ਰਵੀ ਵੀ ਜੁਆਇਨ ਕੀਤਾ, ਉਹਨਾਂ ਨਾਲ ਵੀ। ਹਾਂਜੀ ਸਰ ਰਵੀ, ਤੁਸੀਂ ਤੁਹਾਡਾ ਵੀਡੀਓ ਨਹੀਂ ਆ ਰਿਹਾ। ਹਾਂਜੀ ਪ੍ਰੋਫੈਸਰ ਰਵੀ ਜਿਹੜੇ ਕਿ ਮੋਗੇ ਪ੍ਰੋਫੈਸਰ ਹੈ। ਜਸਵੀਰ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਵੱਲੋਂ। ਹਾਂਜੀ ਸਤਿ ਸ੍ਰੀ ਅਕਾਲ। ਹਾਂਜੀ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਤੇ ਮੈਂ ਸੁਣ ਰਿਹਾ ਸੀ ਸਾਰਿਆਂ ਨੂੰ ਬਹੁਤ ਵਧੀਆ ਡਾਕਟਰ ਸੇਠੀ ਨੇ ਬੜੇ ਟੈਕਨੀਕਲ ਪੁਆਇੰਟ ਦੱਸੇ ਨੇ। ਜੋ ਹਾਰਮੋਨਸ ਹੁੰਦੇ ਨੇ ਬੜੇ ਮੇਜਰ ਰੋਲ ਹੁੰਦਾ ਉਹਨਾਂ ਦਾ ਸਾਡੀ ਨੇਚਰ ਦੇ ਵਿੱਚ ਜੋ ਅਸੀਂ ਕਰਦੇ ਹਾਂ। ਐਕਚੁਅਲ ਦੇ ਵਿੱਚ ਜੋ ਕਿ ਜਿਹੜੇ ਪੁਆਇੰਟਸ ਪਹਿਲਾਂ ਡਿਸਕਸ ਹੋ ਚੁੱਕੇ ਉਹ ਨਹੀਂ ਮੈਂ ਰਿਪੀਟ ਕਰੂੰਗਾ। ਜੇ ਅਸੀਂ ਨਸ਼ੇ ਨੂੰ ਦੇਖੀਏ ਤਾਂ ਇਹਨੂੰ ਮੈਂ ਮੋਟੇ ਤੌਰ ਤੇ 3 ਹਿੱਸਿਆਂ 'ਚ ਵੰਡਦਾ ਹੈਗਾ ਕਿ ਜੇ ਪੇਰੈਂਟਸ ਨੇ ਦੇਖਣਾ ਹੈਗਾ। ਪਹਿਲਾਂ ਤਾਂ ਇਹ ਹੁੰਦਾ ਕਿ ਬੱਚਾ ਛੋਟਾ ਹੈ, ਉਹ ਨਸ਼ਾ ਨਹੀਂ ਕਰਦਾ ਹੈਗਾ, ਜਾਂ ਜਦੋਂ ਬੱਚਾ ਵੱਡਾ ਹੁੰਦਾ ਟੀਨੇਜ ਵਿੱਚ, ਤਾਂ ਪਹਿਲਾਂ ਹੁੰਦਾ ਕਿ ਬੱਚਾ ਜੇ ਨਹੀਂ ਕਰਦਾ ਤਾਂ ਉਹਨੂੰ ਕਿਵੇਂ ਬਚਾ ਕੇ ਰੱਖਿਆ ਜਾ ਸਕੇ ਕਿ ਵੀ ਉਹ ਨਸ਼ੇ ਵਿੱਚ ਨਾ ਜਾਵੇ। ਸੈਕੰਡ ਹਿੱਸਾ ਸੋਸਾਇਟੀ ਦੇ 'ਚ ਇਹ ਹੁੰਦਾ ਕਿ ਬੱਚਾ ਵੱਡਾ ਵਾ, ਤੁਹਾਨੂੰ ਇਹ ਨਹੀਂ ਪਤਾ ਉਹ ਨਸ਼ਾ ਕਰਦਾ ਜਾਂ ਨਹੀਂ ਕਰਦਾ, ਤਾਂ ਤੁਹਾਨੂੰ ਇਹ ਕਿਵੇਂ ਪਤਾ ਲੱਗੇ ਕਿ ਤੁਹਾਡਾ ਬੱਚਾ ਨਸ਼ਾ ਕਰਦਾ ਜਾਂ ਨਹੀਂ ਕਰਦਾ। ਔਰ ਤੀਸਰਾ ਹੁੰਦਾ ਕਿ ਜੇ ਬੱਚਾ ਨਸ਼ਾ ਕਰਦਾ ਤਾਂ ਉਸ ਨੂੰ ਕਿਵੇਂ ਛੁਡਾਇਆ ਜਾ ਸਕੇ। ਮੋਟੇ ਤੌਰ ਦੇ ਉੱਤੇ ਪੇਰੈਂਟਸ ਜਿਹੜੇ ਨੇ ਉਹ 3 ਕੈਟੇਗਰੀਜ਼ ਵਿੱਚ ਆ ਜਾਂਦੀ ਉਹਨਾਂ ਦੀ ਪ੍ਰੋਬਲਮ। ਹੁਣ ਅਸੀਂ ਗੱਲ ਕਰਦੇ ਹਾਂ ਕਿ ਪੋਲੀਟੀਸ਼ੀਅਨਸ ਦੀ ਜਾਂ ਕਿਸੇ ਹੋਰ ਦੀ। ਦੇਖੋ ਡਰੱਗਸ ਜਿਹੜੀਆਂ ਨੇ ਕਿਸੇ ਵੀ ਕੰਟਰੀ 'ਚ ਕਿਸੇ ਵੀ ਜਗ੍ਹਾ ਤੇ, ਹਾਂ ਕੋਈ ਕੰਟਰੀ ਕਾਨੂੰਨ ਬਣਾ ਦੇਵੇ ਉਹਦੇ ਵਿੱਚ ਕਾਫੀ ਹੱਦ ਤੱਕ ਉਹ ਖਤਮ ਹੋ ਜਾਏ, ਪਰ ਉੱਥੇ ਵੀ ਜਿਹੜੀਆਂ ਕੰਟਰੀਜ਼ ਅਰੇਬੀਅਨ ਨੇ ਜਿੱਥੇ ਸ਼ਰਾਬ ਵਗੈਰਾ ਤੇ ਪਾਬੰਦੀ ਆ, 100% ਉਹ ਵੀ ਨਸ਼ੇ ਤੋਂ ਮੁਕਤ ਨਹੀਂ ਹੋ ਸਕੀ। ਇਹ ਗੱਲ ਸਾਨੂੰ ਯਾਦ ਰੱਖਣੀ ਪਏਗੀ, ਕਿਉਂਕਿ ਜਿਹੜੀ ਚੀਜ਼ ਤੁਹਾਡਾ ਬਿਜ਼ਨਸ ਬਣ ਗਈ, ਬਿਜ਼ਨਸ ਚਾਹੇ ਲੀਗਲ ਹੋਵੇ ਚਾਹੇ ਇਲੀਗਲ ਹੋਵੇ, ਉਹ ਚੀਜ਼ ਕਦੇ ਵੀ ਖਤਮ ਨਹੀਂ ਹੁੰਦੀ, ਕਿਉਂਕਿ ਡਿਮਾਂਡ ਐਂਡ ਸਪਲਾਈ ਦਾ ਰੂਲ ਇਹ 'ਤੇ ਐਪਲੀਕੇਬਲ ਹੁੰਦਾ ਹੈਗਾ। ਅਸੀਂ ਕਹਿੰਦੇ ਹਾਂ ਕਿ ਜਿਹੜੀ ਚੀਜ਼ ਦੀ ਡਿਮਾਂਡ ਉਹਦੀ ਸਪਲਾਈ ਹੁੰਦੀ ਆ। ਇਹ ਵੀ ਜ਼ਰੂਰੀ ਨਹੀਂ ਹੁੰਦਾ, ਇਕੱਲੀ ਸਪਲਾਈ ਵੀ ਡਿਮਾਂਡ ਕ੍ਰੀਏਟ ਕਰ ਦਿੰਦੀ ਆ। ਜੇ ਤੁਸੀਂ ਕਿਸੇ ਚੀਜ਼ ਦੀ ਸਪਲਾਈ ਪੈਦਾ ਕਰ ਦਿਓ ਤਾਂ ਸਪਲਾਈ ਕ੍ਰੀਏਟਸ ਇਟਸ ਓਨ ਡਿਮਾਂਡ। ਇਹ ਸੇਲਸ ਆਫ ਮਾਰਕੀਟ ਹੈ, ਇਕਨੋਮਿਕਸ ਦਾ ਇੱਕ ਰੂਲ ਵੀ ਹੈ ਕਿ ਚੀਜ਼ ਦੀ ਸਪਲਾਈ ਆ, ਕਿਉਂਕਿ ਜਿਹਦੇ ਕੋਲ ਸਪਲਾਈ ਉਹਨੇ ਵੇਚਣੀ ਆ, ਉਹਨੇ ਵਿੱਚ ਪ੍ਰੋਫਿਟ ਕਮਾਉਣਾ। ਔਰ ਅਰਬਾਂ ਰੁਪਿਆ ਦੀ ਇੰਡਸਟਰੀ ਹੈਗੀ ਆ ਮੈਡੀਸਨ ਦੀ ਤੇ ਡਰੱਗਸ ਦੀ। ਇਸ ਕਰਕੇ ਜੇ ਅਸੀਂ ਕਹੀਏ ਕਿ ਇਹਨੂੰ ਸਰਕਾਰਾਂ ਬੰਦ ਕਰ ਦੇਣਗੀਆਂ, ਹੁਣ ਜੇ ਆਪਾਂ ਸਾਡੀ ਸਟੇਟ ਦੀ ਗੱਲ ਕਰੀਏ ਕਿ ਸਾਰੇ ਕਹਿੰਦੇ ਨੇ ਸ਼ਰਾਬ ਮਾੜੀ ਆ, ਪਰ ਜਿਹੜੀ ਪੰਜਾਬ ਦੀ ਇੱਥੇ ਇੰਡੀਆ ਦੇ ਵਿੱਚ ਗਵਰਨਮੈਂਟ ਦੀ ਸਭ ਤੋਂ ਵੱਡੀ ਇਨਕਮ ਦਾ ਹਿੱਸਾ ਹੈਗਾ ਉਹ ਹੈਗੀ ਆ ਰੈਵਨਿਊ ਜਿਹੜਾ ਸ਼ਰਾਬ ਤੋਂ ਆ ਰਿਹਾ। ਹੁਣ ਤੁਸੀਂ ਇਹ ਦੇਖੋਗੇ ਇਕਨੋਮਿਕ ਫੈਕਟਰ ਆ ਇਹਦੇ ਵਿੱਚ ਕਿ ਜਿੱਥੋਂ ਤੁਹਾਨੂੰ ਰੈਵਨਿਊ ਆ ਰਿਹਾ, ਜਿਹਦੇ ਬੇਸ ਤੇ ਤੁਸੀਂ ਇਕਨੋਮੀ ਚਲਾ ਰਹੇ ਹੋ, ਤੁਸੀਂ ਉਹਨੂੰ ਆਪਣੇ ਆਪ ਕਿਵੇਂ ਬੰਦ ਕਰੋਗੇ? ਇਹ ਕਈ ਫੈਕਟਰ ਨੇ। ਇਸ ਲਈ ਇਸ ਚੀਜ਼ ਨੂੰ ਭੁੱਲ ਜਾਓ ਕਿ ਇਹ ਚੀਜ਼ ਖਤਮ ਹੋ ਜਾਏਗੀ। ਡਰੱਗਸ ਕਦੇ ਨਹੀਂ ਖਤਮ ਹੋਣਗੀਆਂ। ਡਰੱਗਸ 2 ਤਰ੍ਹਾਂ ਦੀਆਂ ਨੇ, ਇੱਕ ਗਰੀਬ ਮੁਲਕਾਂ ਦੀਆਂ ਨੇ, ਗਰੀਬ ਲੋਕਾਂ ਦੀਆਂ ਡਰੱਗਸ ਨੇ, ਇੱਕ ਅਮੀਰਾਂ ਦੀਆਂ ਡਰੱਗਸ ਨੇ। ਜੇ ਤੁਸੀਂ ਟ੍ਰਾਈਬਸ ਦੀ ਗੱਲ ਕਰੋ, ਜਿਹੜੇ ਅੱਜ ਵੀ ਮੂਲ ਲੋਕ ਆਦੀਵਾਸੀਆਂ ਵਾਂਗੂ ਰਹਿੰਦੇ ਨੇ, ਕਿਸੇ ਆਈਲੈਂਡ ਤੇ ਨੇ, ਜਿਨ੍ਹਾਂ ਦਾ ਮਾਡਰਨ ਸੋਸਾਇਟੀ ਨਾਲ ਕੋਈ ਲਿੰਕ ਨਹੀਂ, ਪ੍ਰੋਪਰ ਕੱਪੜੇ ਵੀ ਨਹੀਂ ਪਾਉਂਦੇ, ਨਸ਼ਾ ਉਹ ਵੀ ਕਰਦੇ ਨੇ। ਪਰ ਫਰਕ ਇਹਨਾਂ ਕਿ ਉਹ ਆਪਣਾ ਨਸ਼ਾ ਆਪ ਤਿਆਰ ਕਰਦੇ ਆ ਕਿ ਲੋਕਲ ਉੱਥੇ ਕੋਈ ਜੜੀ ਬੂਟੀਆਂ ਨੇ ਉਹਦੇ ਵਿੱਚੋਂ ਉਹ ਨਸ਼ਾ ਲੈਂਦੇ ਨੇ। ਅਮੀਰਾਂ ਦੇ ਨਸ਼ੇ ਜਿਹੜੇ ਨੇ, ਅਮੀਰ ਮੁਲਕਾਂ ਦੇ, ਜਾਂ ਜਿਵੇਂ ਸਾਡੇ ਕੋਲੇ ਪ੍ਰੋਸਪੈਰਿਟੀ ਆ ਰਹੀ ਹੈ ਇਕਨੋਮਿਕਲੀ, ਅਸੀਂ ਸਾਊਂਡ ਹੋ ਗਏ, ਪੰਜਾਬ ਦੀ ਗੱਲ ਕਰਦੇ ਹਾਂ ਤਾਂ ਆਫਟਰ ਗ੍ਰੀਨ ਰੈਵੋਲੂਸ਼ਨ, ਤਾਂ ਸਾਡੇ ਨਸ਼ੇ ਜਿਹੜੇ ਹੋਰ ਤਰ੍ਹਾਂ ਦੇ ਹੋ ਗਏ। ਸਾਡੇ ਕੈਮੀਕਲ ਦੀ ਝਲਕ ਪੈਂਦੀ ਆ, ਜਿਵੇਂ ਮਹਿੰਗੀਆਂ ਸ਼ਰਾਬ ਹੋ ਗਈ, ਫਿਰ ਆ ਜਿਹੜੇ ਸਿੰਥੈਟਿਕ ਡਰੱਗਸ ਹੋ ਗਈਆਂ ਕਿ ਜਿਹੜੇ ਡੋਜ਼ ਜਿਹੜੀ ਉਹਦੀ 3-3 ਹਜ਼ਾਰ ਦੀ ਆਉਂਦੀ ਆ। ਕਈ ਫੈਕਟਰ ਨੇ ਜੇ ਤੁਸੀਂ ਇਹਨਾਂ ਨੂੰ ਦੇਖਦੇ ਹੋ ਜਿਹੜੇ ਰਿਸਪੋਂਸੀਬਲ ਨੇ। ਔਰ ਇੱਕ ਇਹ ਚੀਜ਼ ਹੁੰਦੀ ਹੈ ਕਿ ਮੈਂ ਇਹ ਕਹਿੰਦਾ ਹੈਗਾ, ਕਾਫੀ ਸਾਲ ਤੋਂ ਇਹ ਗੱਲ ਕਹਿ ਰਿਹਾ, ਮੈਂ ਅੱਜ ਤੋਂ ਨਹੀਂ, ਮੈਂ 20 ਸਾਲ ਤੋਂ ਇਹ ਗੱਲ ਕਹਿ ਰਿਹਾ ਕਿ ਜੇ ਦੇਖੋ ਜੈਨੋਸਾਈਡ ਹੁੰਦਾ ਸੀਗਾ, ਨਸਲਕੁਸ਼ੀ ਹੁੰਦੀ ਸੀਗੀ, ਹਿਟਲਰ ਨੇ ਵੀ ਕੀਤੀ ਆ ਜਿਊਇਸ਼ ਦੀ। ਪੁਰਾਣੇ ਟਾਈਮ ਦੇ ਵਿੱਚ ਜੇ ਤੁਸੀਂ ਕਿਸੇ ਨਸਲ ਨੂੰ ਖਤਮ ਕਰਨਾ ਹੁੰਦਾ ਸੀ ਤਾਂ ਡਾਇਰੈਕਟਲੀ ਉੱਤੇ ਅਟੈਕ ਕੀਤਾ ਜਾਂਦਾ ਸੀਗਾ, ਉਹਨੂੰ ਮਾਰਿਆ ਜਾਂਦਾ ਸੀ। ਜਿਵੇਂ ਹਿਟਲਰ ਨੂੰ ਤੁਸੀਂ ਪੜ੍ਹੋ ਕਿ ਗੈਸ ਚੈਂਬਰ 'ਚ ਮਾਰਿਆ, ਬੜੇ ਉਹਨੇ ਤਰੀਕਿਆਂ ਨਾਲ ਮਾਰਿਆ। ਪਰ ਉਹ ਹੁਣ ਤਰੀਕੇ ਬਦਲ ਗਏ ਨੇ। ਹੁਣ ਜੇ ਤੁਸੀਂ ਕੋਈ ਨਸਲ ਖਤਮ ਕਰਨੀ ਆ ਤਾਂ 3 ਚੀਜ਼ਾਂ ਕਰ ਦਿਓ, ਨਸਲ ਖਤਮ ਹੋਣੀ ਸ਼ੁਰੂ ਹੋ ਜਾਏਗੀ। ਪਹਿਲੀ ਗੱਲ ਤਾਂ ਇਹ ਕਿ ਉਹਦਾ ਫੂਡ ਜਿਹੜਾ ਉਹਦੀ ਅਡਲਟ੍ਰੇਸ਼ਨ ਸ਼ੁਰੂ ਕਰ ਦਿਓ। ਤੇ ਸੈਕੰਡ ਗੱਲ ਹੈਗੀ ਆ ਕਿ ਉਹਨਾਂ ਦੀ ਐਜੂਕੇਸ਼ਨ ਜਿਹੜੀ ਆ ਉਹ ਖਰਾਬ ਕਰ ਦਿਓ। ਵੀ ਐਜੂਕੇਸ਼ਨ ਕਿਵੇਂ ਖਰਾਬ ਹੁੰਦੀ ਹੈਗੀ ਆ
ਕਿ ਇੱਕ ਬੱਚਾ ਮਿਹਨਤ ਕਰਕੇ ਪੜ੍ਹ ਰਿਹਾ ਤੇ ਮੈਂ ਉਹਦੀ ਹੈਲਪ ਕਰਦਾ ਗਿਆ, ਪੜ੍ਹਨ ਦੀ ਲੋੜ ਨਹੀਂ ਹੈਗੀ ਕਿ ਕੋਈ ਗੱਲ ਨਹੀਂ ਆਪਾਂ ਪੇਪਰਾਂ ਦੇ ਤੇਰੇ ਨੰਬਰ ਲਵਾ ਦਾਂਗੇ। ਬੱਚਾ ਹੌਲੀ ਹੌਲੀ ਉਹ ਪੜ੍ਹਾਈ ਕਰਨੀ ਛੱਡ ਦੂਗਾ, ਉਹ ਸੁਸਾਇਟੀ 'ਚ ਟ੍ਰੈਂਡ ਬਣ ਜੂ। ਬੱਚਾ ਦੂਜਿਆਂ ਨੂੰ ਦੱਸੂਗਾ ਕਿ ਯਾਰ ਕੋਈ ਗੱਲ ਨਹੀਂ, ਆਹ ਤਰੀਕਾ ਹੈਗਾ ਜਿਹਦੇ ਨਾਲ ਆਪਾਂ ਪਾਸ ਹੋ ਸਕਦੇ ਹਾਂ, ਉਹ ਦੂਜਿਆਂ ਨੂੰ ਦੱਸੂਗਾ, ਅੱਗੇ ਦੱਸੂਗਾ। ਕੁਝ ਸਾਲਾਂ ਬਾਅਦ ਜਿਹੜੀ ਤੁਹਾਡੀ ਐਜੂਕੇਸ਼ਨ ਜਿਹੜੀ ਉਹ ਖਤਮ ਹੋ ਜੂਗੀ। ਦੁਬਾਰਾ ਹੁਣ ਮਾੜੀ ਮਾੜੀ ਫੇਰ ਆਵਾਜ਼ ਆਣੀ ਸ਼ੁਰੂ Hello? ਹੋਈ ਆ। ਹਾਂਜੀ ਤੁਹਾਡੀ Hello? ਆਵਾਜ਼ ਬੰਦ ਹੋ ਗਈ ਸੀ ਸਰ। ਹੈਲੋ ਸਰ ਆਵਾਜ਼ ਬੰਦ ਹੋ ਗਈ ਸੀ ਤੇ ਦੁਬਾਰਾ ਫਿਰ ਹਾਂਜੀ ਹੁਣ ਆ ਰਹੀ ਹੈ। ਹਾਂਜੀ ਸਰ ਸਮਰਾਈਜ਼ ਥੋੜਾ ਜਲਦੀ ਕਰ ਲਓ, ਥੋੜਾ ਆਪਣਾ ਨਾ, ਪਰ ਕੁਛ ਆਵਾਜ਼ ਬੰਦ ਹੋ ਜਾਂਦੀ ਵਿੱਚ। ਹਾਂਜੀ ਸਰ ਹੁਣ ਓਕੇ ਠੀਕ ਹੈ। ਹਾਂਜੀ ਚਲੋ ਇਹਦੇ ਵਿੱਚ ਇਹ ਹੁੰਦਾ ਹੈਗਾ ਕਿ ਆਪਣਾ ਥੋੜਾ ਬੱਚੇ ਦਾ ਖਿਆਲ ਰੱਖੋ, ਹਾਂਜੀ ਕਿਉਂਕਿ ਟੌਪਿਕ ਕਾਫੀ ਉਹ ਹੈਗਾ, ਲੰਮਾ ਹੈਗਾ। ਇਹਨੂੰ ਬਹੁਤ ਜ਼ਿਆਦਾ ਸ਼ਾਰਟ ਦੇ ਵਿੱਚ ਮੇਰੇ ਲਈ ਬਹੁਤ ਘੱਟ ਪੋਸੀਬਲ, ਪਰ ਮੈਂ ਟਰਾਈ ਕਰਦਾ ਹਾਂਜੀ ਕਿ ਆਪਣਾ ਪੇਰੈਂਟਸ ਬੱਚੇ ਦਾ ਖਿਆਲ ਰੱਖਣ, ਕਿ ਚੈੱਕ ਕਰਨ ਵੀ ਉਹ ਡਰੱਗਸ ਲੈਂਦਾ ਜਾਂ ਨਹੀਂ ਲੈਂਦਾ ਹੈਗਾ। ਉਹ 'ਚ ਕੁਛ ਇੱਕ ਚੇਂਜਸ ਹੁੰਦੀਆਂ ਨੇ, ਜਿਵੇਂ ਮਦਰ ਹੁੰਦੀ ਆ, ਮਦਰ ਦੇ ਵਿੱਚ ਕਿਉਂਕਿ ਫੀਮੇਲ ਦੇ ਵਿੱਚ ਵੈਸੇ ਵੀ ਐਜ਼ ਕੰਪੇਅਰ ਟੂ ਮੇਲ ਪਰਸਨ ਜਿਹੜੀ 6th ਸੈਂਸ ਕਹਿ ਲਓ ਜਾਂ ਸੈਂਸ ਹੁੰਦੀ ਆ, ਉਹ ਛੇਤੀ ਪਕੜ ਲੈਂਦੀ ਹੈ ਚੀਜ਼ ਨੂੰ। ਔਰ ਮਦਰ ਇੱਕ ਉਹ ਸਾਡੇ ਘਰ ਦਾ ਇੱਕ ਹਿੱਸਾ ਹੁੰਦੇ ਆ, ਅੰਗ ਹੁੰਦੇ ਆ, ਜਿਹਨੇ ਬੱਚੇ ਦੀਆਂ ਮੂਵਮੈਂਟਸ ਉਦੋਂ ਤੋਂ ਦੇਖੀਆਂ ਹੁੰਦੀਆਂ ਨੇ ਜਦੋਂ ਬੱਚਾ ਬੋਲਦਾ ਨਹੀਂ ਹੁੰਦਾ। ਮਦਰ ਉਦੋਂ ਵੀ ਸਮਝ ਜਾਂਦੇ ਬੱਚਾ ਕੀ ਚਾਹੁੰਦਾ। ਇਸ ਲਈ ਮਦਰ ਤੋਂ ਨਹੀਂ ਬਚਿਆ ਜਾ ਸਕਦਾ ਜੇ ਮਦਰ ਥੋੜੀ ਜਿੰਨੀ ਅਵੇਅਰ ਹੋਵੇ ਆਪਣੇ ਬੱਚੇ ਨੂੰ ਲੈ ਕੇ। ਜੇ ਬੱਚੇ ਦਾ ਜੋ ਡਰੱਗਸ ਵਗੈਰਾ ਲੈਂਦੇ ਨੇ ਉਹ 'ਚ ਕਾਫੀ ਚੇਂਜਸ ਆਉਂਦੀਆਂ ਨੇ। ਸਭ ਤੋਂ ਪਹਿਲਾਂ ਜਿਵੇਂ ਝੂਠ ਬੋਲਦਾ ਬੱਚਾ, ਕਿਉਂਕਿ ਜੋ ਬਾਹਰ ਜਾਂਦਾ ਕੀ ਕਰਦਾ ਕੀ ਨਹੀਂ ਕਰਦਾ, ਜੇ ਤੁਹਾਨੂੰ ਕੋਈ ਸ਼ੱਕ ਆ ਤੁਸੀਂ ਪੁੱਛਦੇ ਹੋ ਤਾਂ ਬੱਚਾ। ਜਸਵੀਰ ਮੈਂ ਵੀ ਥੋੜਾ ਐਡ ਕਰਨਾ ਇੰਪੋਰਟੈਂਟ ਸਿੰਘ ਆਪਣੀ ਫਿਊਚਰ ਦੀ। ਹਾਂਜੀ ਕਰਦੇ ਆ। ਹਾਂਜੀ ਸਰ ਕਰੋ ਜੀ। ਹਾਂਜੀ ਹਾਂਜੀ ਮੈਂ ਆਪਣੀ ਹੈ ਨਾ ਮਤਲਬ ਇੰਪੋਰਟੈਂਟ ਥਿੰਗਸ ਆ ਜਿਹੜੀ ਫਿਊਚਰ ਦੇ ਵਾਸਤੇ ਜਿਹੜੀ ਮੈਂ ਰਾਈਡ ਕੀਤੀ ਸੀ ਉਹ ਤੁਹਾਨੂੰ ਸ਼ੇਅਰ ਕਰ ਰਿਹਾ ਅੱਜ। ਹਾਂਜੀ ਕਿ ਤੁਸੀਂ ਨਿਗਾਹ ਮਾਰ ਕੇ ਦੇਖੋ, ਸਾਰੇ ਸੰਸਾਰ ਵਿੱਚ ਕਿਸੇ ਵੀ ਬੰਦੇ ਨੂੰ ਕਿਸੇ ਤਰ੍ਹਾਂ ਦਾ ਨਸ਼ਾ ਲੱਗਾ ਹੈਗਾ, ਉਹ ਸਭ ਤੋਂ ਪਹਿਲਾਂ ਫ੍ਰੀ 'ਚ ਲੱਗਾ ਹੈਗਾ। ਕਿਸੇ ਨੇ ਸਿਗਰਟ ਪੀਤੀ ਹੈਗੀ, ਉਹਦੀ ਸਭ ਤੋਂ ਪਹਿਲਾਂ ਸਿਗਰਟ ਫ੍ਰੀ ਆ ਉਹਦੀ। ਕਿਸੇ ਕੀਤਾ ਉਹਦੀ ਫਸਟ ਡਰਿੰਕ ਫ੍ਰੀ ਆ। ਹਰ ਇੱਕ ਕੋਈ ਬੰਦਾ ਤੁਸੀਂ ਐਸਾ ਸੰਸਾਰ 'ਚ ਮੈਨੂੰ ਲਿਆ ਕੇ ਦੱਸ ਦਿਓ ਵੀ ਜਿਸ ਬੰਦੇ ਨੇ ਆਪਣਾ ਪਹਿਲਾ ਨਸ਼ਾ ਆਪਣੀ ਜੇਬ 'ਚੋਂ ਖਰੀਦ ਕੇ ਕੀਤਾ ਹੋਵੇ। ਮੈਂ ਤਾਂ ਫ੍ਰੀ ਆ। ਅਗਰ ਆਪਾਂ ਕਿਸੇ ਨੂੰ ਫ੍ਰੀ ਦੇਣਾ ਬੰਦ ਕਰ ਦਈਏ ਨਾ ਤੇ ਆਪਾਂ ਨਸ਼ੇ ਤੇ ਕਾਫੀ ਹੱਦ ਤੱਕ ਕੰਟਰੋਲ ਕਰ ਸਕਦੇ। ਇਹ ਮੇਰੀ ਮੂਵੀ 'ਚ ਲਿਖੀ ਜਿਹੜੀ ਮਤਲਬ ਡਾਇਲੋਗ ਸੀਗਾ, ਉਹ 'ਚ ਮੈਂ ਕੱਢ ਕੇ ਤੁਹਾਨੂੰ ਰਿਵੀਲ ਕੀਤਾ, ਸ਼ੇਅਰ ਕੀਤਾ। ਜੇ ਆਪਾਂ ਫ੍ਰੀ ਦੇਣਾ ਬੰਦ ਕਰ ਦਈਏ ਨਸ਼ਾ ਕਿਸੇ ਨੂੰ, ਤੇ ਘੱਟੋ ਘੱਟ ਤੁਸੀਂ ਵਰਲਡ ਤੇ ਅਸੀਂ ਕਾਫੀ ਨਸ਼ੇ ਤੇ ਕੰਟਰੋਲ ਕਰ ਸਕਦੇ। ਜਿੱਦਾਂ ਹੁਣ ਆਪਣੇ ਵਿਆਹ ਸ਼ਾਦੀਆਂ ਦੇ ਵਿੱਚ ਦਾਰੂ ਫ੍ਰੀ ਆ, ਉਹਨੂੰ ਬੰਦ ਕਰਨਾ ਚਾਹੀਦਾ। ਤਾਂ ਕਿ ਉੱਥੇ ਜਾ ਕੇ ਦਾਰੂ ਮਤਲਬ ਤੁਸੀਂ ਪਾਰਟੀ ਜਾਂਦੇ ਹੈਗੇ ਆ, ਬੱਚੇ ਵੀ ਜਾਂਦੇ ਹੈਗੇ ਆ, ਉਹ ਵੀ ਫ੍ਰੀ ਪੀ ਲੈਂਦੇ ਹੈਗੇ ਆ, ਉਹਨੂੰ ਫਿਰ ਉਸ ਤੋਂ ਬਾਅਦ ਫਿਰ ਫ੍ਰੀ ਜਾਂਚ ਪੈਂਦੀ ਹੈ। ਤੇ ਮੇਰੀ ਇਹੋ ਗੱਲ ਮਤਲਬ ਇਹ ਕਹਿੰਦੇ ਅਗਰ ਤੁਸੀਂ ਮਤਲਬ ਇਸ ਚੀਜ਼ ਤੋਂ ਲੋਕਾਂ ਨੂੰ ਡਰੱਗਸ ਤੋਂ, ਕੋਈ ਵੀ ਸਿਗਰਟ ਤੋਂ, ਕੋਈ ਨਸ਼ਾ ਦਾ ਹਰ ਤੋਂ ਪਹਿਲਾਂ ਫ੍ਰੀ ਤੋਂ ਲੱਗਾ। ਕੋਈ ਬੰਦਾ ਐਸਾ ਸੰਸਾਰ ਨਹੀਂ ਹੈਗਾ, ਭਾਵੇਂ ਜਿੰਨਾ ਮਰਜ਼ੀ ਬਿਲ ਗੇਟ ਲੈ ਕੇ ਦੇਖ ਲਓ, ਉਹਨੂੰ ਪੁੱਛ ਲਓ ਤੇਰੀ ਪਹਿਲੀ ਸਿਗਰਟ ਕੀ ਫ੍ਰੀ ਸੀਗੀ, ਉਹ ਵੀ ਦੱਸੂਗਾ। ਭਾਵੇਂ ਬਿਲੀਅਨਰ ਆ, ਉਹਦੀ ਪਹਿਲਾ ਨਸ਼ਾ ਫ੍ਰੀ ਸੀਗਾ। ਤੇ ਫ੍ਰੀ ਦੇਣਾ ਕਿਹਨੂੰ ਬੰਦ ਕਰੀਏ ਤੇ ਆਪਣੇ ਆਪ ਸੰਸਾਰ 'ਚ ਕੰਟਰੋਲ ਹੋ ਜਾਊਗਾ। ਬਸ ਇਹਨਾਂ ਕਹਿਣਾ ਸੀਗਾ। ਠੀਕ ਹੈ, ਥੈਂਕ ਯੂ ਸਰ। ਹਾਂਜੀ ਹਾਂਜੀ ਆ ਰਹੀ ਆਵਾਜ਼ ਮੇਰੀ ਹੁਣ? ਹਾਂਜੀ ਸਰ ਆ ਰਹੀ ਹੈ ਆਵਾਜ਼ ਸਰ। ਤੋਂ ਆਪਣੇ ਕੋਲ 9 ਵਜੇ ਬੰਦ ਕਰਨਾ, 2 ਮਿੰਟ ਰਹਿ ਗਏ, 2 ਮਿੰਟ ਸਮਰਾਈਜ਼ ਕਰ ਦਿਓ ਕੁਛ। ਹਾਂਜੀ ਸਰ। ਹਾਂਜੀ ਚਲੋ ਪਤਾ ਕੀ ਇਹਦੇ ਨਾਲ ਮੈਂ ਜਿਹੜੀਆਂ ਤੁਹਾਨੂੰ ਦੱਸਣੀਆਂ ਸੀ ਗੱਲਾਂ ਵੀ ਕਿਵੇਂ ਕਿਵੇਂ ਤੁਸੀਂ ਚੈੱਕ ਕਰ ਸਕਦੇ ਬੱਚੇ ਨੂੰ, ਡਿਟੇਲ ਨੇ। ਜਾਂ ਬੱਚੇ ਨੂੰ ਝੂਠ ਬੋਲਦਾ ਉਹਨੂੰ ਕਿਵੇਂ ਪਕੜ ਸਕਦੇ ਹੋ, ਟੈਕਨੀਕਸ ਨੇ ਮੈਂ ਦੱਸਣੀਆਂ ਚਾਹੁੰਦਾ ਸੀ। ਕਿਉਂਕਿ 2 ਮਿੰਟ 'ਚ ਮੇਰੇ ਲਈ ਨਾ ਨਹੀਂ, 2 ਮਿੰਟ ਦੇ ਵਿੱਚ ਨਹੀਂ ਪੋਸੀਬਲ ਹੋਣਾ ਜਸਵੀਰ ਜੀ। ਉਹਦਾ ਕਾਰਨ ਇਹ ਆ ਕਿ ਜਿਵੇਂ ਹੁਣ ਤੁਸੀਂ ਦੇਖੋ 5-7 ਮਿੰਟ ਲਾ ਲਓ ਸਰ, ਕੋਈ ਨਹੀਂ। ਨਹੀਂ ਕੋਈ ਗੱਲ ਨਹੀਂ, ਆਪਾਂ ਨੈਕਸਟ ਟਾਈਮ ਕਦੇ ਕਰ ਲਾਂਗੇ, ਨੋ ਪ੍ਰੋਬਲਮ। ਪਤਾ ਕੀ ਇੱਥੇ ਨੈਟਵਰਕ ਦੀ ਪ੍ਰੋਬਲਮ ਆ ਰਹੀ ਆ। ਯਾ ਨੈਕਸਟ ਟਾਈਮ ਕਰ ਲਾਂਗੇ, ਠੀਕ ਹੈ ਸਰ। ਕਿਉਂਕਿ ਉਹਦਾ ਕਾਰਨ ਇਹ ਆ ਕਿ ਡਿਟੇਲ ਦੇ ਵਿੱਚ ਮੈਂ ਦੇਖੋ ਜਿਹੜੀ ਚੀਜ਼ ਇਹ ਬੜਾ ਸੈਂਸਿਟਿਵ ਇਸ਼ੂ ਆ। ਆਪਾਂ ਇਸ ਇਸ਼ੂ ਤੇ ਗੱਲ ਨਹੀਂ ਕਰਦੇ, ਡਾਇਰੈਕਟ ਨਹੀਂ ਗੱਲ ਕਰਦਾ ਕਿ ਜੇ ਤੁਸੀਂ ਇਹਨੂੰ ਕਹੋਗੇ ਵੀ ਮੈਂ 2 ਮਿੰਟ ਦੇ ਵਿੱਚ ਤੁਹਾਨੂੰ ਇੰਨਾ ਕੁ ਟ੍ਰੇਨ ਕਰਦਾ ਕਿ ਤੁਸੀਂ ਬੱਚੇ ਦੀ ਜਾ ਕੇ ਘਰੇ ਲੱਤ ਛਡਾ ਦੋਗੇ ਜਾਂ ਆਪਣੇ ਬੱਚੇ ਨੂੰ ਬਚਾ ਲਓਗੇ, ਜਾਂ ਇਹ ਪਕੜ ਲਓਗੇ ਕਿ ਬੱਚਾ ਜਾ ਤਾਂ ਨਹੀਂ ਰਿਹਾ ਇਸ ਗੱਲ ਵੱਲ, ਤੇ 2 ਮਿੰਟ ਦੇ ਵਿੱਚ ਨਹੀਂ ਚੀਜ਼ ਸਿਖਾਈ ਜਾ ਸਕਦੀ। honestly speaking, ਕਿ ਮੈਂ ਤੁਹਾਨੂੰ 2 ਮਿੰਟ ਦੇ ਵਿੱਚ ਪੇਰੈਂਟਸ ਨੂੰ ਇੰਨਾ ਨਹੀਂ ਟ੍ਰੇਨ ਕਰ ਸਕਦਾ। ਤੇ ਪਰ ਆਪਣਾ ਡਾਕਟਰ ਸੇਠੀ ਕਿਉਂਕਿ ਮੋਸਟਲੀ ਹਰ ਵਾਰ ਇਹ ਬੜਾ ਵਧੀਆ ਸਾਨੂੰ ਦੱਸਦੇ ਨੇ। ਮੈਂ ਖੁਦ ਪਰਸਨਲੀ ਫੀਲ ਕਰਦਾ ਕਿ ਡਾਕਟਰ ਸੇਠੀ ਹੁਣਾਂ ਦੀਆਂ ਸਾਨੂੰ ਸਰਵਿਸਿਜ਼, ਕਿਉਂਕਿ ਇਹਨਾਂ ਕੋਲੇ ਬਹੁਤ ਐਕਸਪੀਰੀਅੰਸ ਆ। ਔਰ ਤੁਸੀਂ ਨੋਟ ਕਰੋ ਇਹਨਾਂ ਦੇ ਫੇਸ ਤੇ ਕਿੰਨਾ ਗਲੋ ਆ। ਸਰ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਏਦਾਂ ਹੀ ਚੜ੍ਹਦੀ ਕਲਾ 'ਚ ਰੱਖੇ। ਔਰ ਆਹ ਪੁਆਇੰਟ ਜਿਹੜਾ ਟਾਂਡੀ ਭਾਜੀ ਨੇ ਦੱਸਿਆ, ਭਾਜੀ ਇਹ ਪੁਆਇੰਟ ਮੇਰੇ ਲਈ ਵੀ ਨਵਾਂ ਵਾ।
ਜਿਹੜਾ ਟਾਂਡੀ ਭਾਜੀ ਨੇ ਪੁਆਇੰਟ ਕਿਹਾ, ਇਹ ਪੁਆਇੰਟ ਵਾਕਿਆ ਹੀ ਬਹੁਤ ਹੀ ਪੁਆਇੰਟ ਨੋਟ ਕਰਨ ਵਾਲਾ, ਔਰ ਇਹ 100% ਸੱਚ ਆ ਕਿ ਬੰਦਾ ਪਹਿਲਾ ਨਸ਼ਾ ਫ੍ਰੀ ਹੁੰਦਾ। ਇਹ 100% ਸੱਚ ਆ ਭਾਜੀ, ਇਹ ਗੱਲ ਤੁਸੀਂ ਮੈਨੂੰ ਵੀ ਨਵੀਂ ਦੱਸੀ ਆ। ਹਾਂਜੀ ਠੀਕ ਹੈ ਸਰ। ਬਟ ਨੈਕਸਟ ਟਾਈਮ ਆਪਾਂ ਕੁਝ ਏਦਾਂ ਦਾ ਕਰਕੇ ਥੋੜਾ ਟਾਈਮ ਦਾ ਲੈ ਲੱਗੇ, ਕਿਉਂਕਿ ਆਪਣੀ ਤਾਂ सर आपस ठीक है कोई सर। फॉर्मेलिटी नहीं है। हाँ मैं ये बताना चाहता हूँ कि जो डॉक्टर सेठी हैं, इन्होंने 1-2 लोगों का जो नशा करते थे, उनको पॉजिटिव एनर्जी देके ऑनलाइन करने की कोशिश की है, और ये जो मन होता है, मन उसको कंट्रोल करते हैं। आई थिंक ये बिल्कुल शॉर्टेस्ट टेक्निक है जिससे कि उसका मन कंट्रोल हो और वो जो है नशा छोड़े। ये मेरे को बड़ी लेटेस्ट टेक्निक लगी है। ऑनलाइन बैठना है, बच्चे को बिठाना है और उसको एनर्जी लेनी है और अपनी एनर्जी बढ़ानी है, मन को खत्म करना, अंदर से आनंद प्रोड्यूस करते हैं, जैसा कि ये एनर्जी देने का कार्यक्रम करते हैं। बाकी तो हमारा मेडिकल ट्रीटमेंट होता है, जिसको नशा हो उसको मेडिकल ट्रीटमेंट के लिए भर्ती किया जाता है, लेकिन शॉर्ट टेम्पर्ड होता है, थोड़े दिन के लिए होता है। तो बाकी तो बता चुके हैं। जहाँ तक बच्चों की बात है, बच्चे प्रोडक्ट होते हैं, बाई प्रोडक्ट होते हैं, इस पे कभी लेक्चर लेंगे। एक बच्चे जो प्रेम से पैदा होते हैं, जो पहले पैदा होते थे, वो प्रोडक्ट होते हैं। उसमें क्या होता है कि एनर्जी लेवल बढ़ाया जाता है। अभी डॉक्टर सेठी ने एक बच्चा प्रोड्यूस किया है एनर्जी से, तो एनर्जी से पॉजिटिव एनर्जी आती है और उससे जैसा बच्चा चाहो, क्योंकि बच्चे का बीज ही बहुत अच्छा होगा तो वो अच्छा है। अभी वो बच्ची जो है ना 7 महीने की है, आगे देखिए क्या हो सकता है। ये टेक्निक पुरानी है, लेकिन इसको एनर्जी से, माँ के अगर चक्र, जैसे कहते हैं ना, पहले जो हमारा एजुकेशन सिस्टम था गुरुकुल में रखा जाता था, या शादी से पहले, अब अगर आप, अब मैंने किताबें पढ़ी, पहले ही पढ़नी चाहिए, अगर आपके चक्र हृदय एक्टिवेटेड होता है या आज्ञा चक्र एक्टिवेटेड होता है, तो बच्चा महापुरुष जैसा पैदा होता है, जैसे कि कबीर के, गुरु नानक के और मीरा, और ये देखो हनुमान पैदा हुआ। इनकी जीवनी पढ़िए, गौतम बुद्ध कैसे पैदा हुआ। तो ये माओ को सुनाना चाहिए कि ये बच्चे कैसे पैदा, उनकी माँ जो है ना कैसे, क्या प्रार्थना करती थी, क्या पूजा करती थी, क्या मेडिटेशन करती थी। धन्यवाद, थैंक यू। एक ना बॉडी ਦੇ ਵਿੱਚ ਸਾਇੰਟੀਫਿਕਲੀ ਹੈ ਸਾਰਾ ਕੁਝ, ਉਹ ਬਾਬੇ ਵਾਲਾ ਉਹ ਨਹੀਂ ਹੈ ਵੀ ਫੜਾਤਾ ਸੀ ਤੇ ਆ ਲੈ ਲਓ ਜੀ, ਨਾ ਸਾਰੀ ਸਾਇੰਸ ਹੈ। ਇੱਕ ਸਾਇੰਸ ਦਾ ਵਿਗਿਆਨ ਹੈ, ਤੁਹਾਨੂੰ ਸਮਝਾਵਾਂਗੇ ਕਿਵੇਂ ਆਉਂਦੀ ਹੈ ਇਹ એનર્ਜੀ, ਕਿਵੇਂ ਜਾਂਦੀ ਹੈ, ਕਿਵੇਂ ਡਿਸਟ੍ਰੀਬਿਊਟ ਹੁੰਦੀ ਹੈ। ਹੁੰਦੇ ਨੇ ਬਾਬੇ ਨੇ ਪ੍ਰਸ਼ਾਦ ਦਿੱਤਾ ਜੀ, ਗਿਆ ਸੀ, ਉਹਦੇ ਨਾਲ ਠੀਕ ਹੋ ਗਿਆ। ਅਰੇ ਠੀਕ ਨਹੀਂ ਹੋ ਗਿਆ, ਠੀਕ ਤਾਂ ਉਹਦੀ એનર્ਜੀ ਨਾਲ ਹੋਇਆ ਕੰਮ, ਤਾਂ ਪ੍ਰਸ਼ਾਦ ਦਾ ਕੋਈ ਰੋਲ ਨਹੀਂ ਉਹਦੇ ਚ। ਠੀਕ ਹੈ ਨਾ। तो जो चीज़ां एक ਅਸੀਂ ਸਾਇੰਟੀਫਿਕਲੀ ਪ੍ਰੂਵ ਕਰ ਚੁੱਕੇ ਆ, ਡਾਕਟਰ ਸਾਹਿਬ ਨੂੰ ਤਾਂ ਪਤਾ ਹੈ ਸਾਰਾ ਜੀ। ਸੋ ਮੈਂ ਤਾਂ ਇਹੀ ਕਹੂੰਗਾ ਵੀ ਆਪਾਂ, ਤੁਸੀਂ ਵੀ ਇੱਥੇ ਗਰੁੱਪ ਬਣਾਓ ਤੇ ਆਪਾਂ ਸਟਾਰਟ ਕਰੀਏ। ਜਿੰਨੀ ਸਾਡੀ ਸੇਵਾ ਦੀ, ਮੇਰੇ ਕੋਲੋਂ ਸੇਵਾ ਲੈ ਸਕਦੇ ਹੋ, ਮੈਂ ਸੇਵਾ ਦੇਣ ਨੂੰ ਤਿਆਰ ਹਾਂ। ਠੀਕ ਹੈ ਸਰ, ਥੈਂਕ ਯੂ ਸਰ, ਥੈਂਕਸ एवरीवन ਫॉर ਜੁਆਇਨਿੰਗ। ਬਟ ਲਾਸਟ ਵੀ ਹੈਵ 1 more minute। ਕੋਈ ਹੋਰ ਕੋਈ ਸਲਾਹ ਦੇਣੀ ਚਾਹੋ ਇਹਦੇ ਬਾਰੇ, ਕੋਈ ਹੋਰ ਕੋਈ 2 ਕਮੈਂਟ ਹੋਣ ਆਪਣੇ ਕੋਲ ਹੈਗੇ? ਹਾਂਜੀ ਸਰ। ਸਲਮਾਨ ਭਾਜੀ ਨੂੰ what do you got to say, man? You're the youngest one. ਜੀ ਥੈਂਕ ਯੂ ਬਹੁਤ ਸਾਰਿਆਂ ਨੂੰ ਮੈਨੂੰ ਇਨਵਾਈਟ ਕਰਨ ਦਾ, ਤੇ ਮੈਨੂੰ ਵੀ ਕਾਫੀ ਸਿੱਖਣ ਨੂੰ ਮਿਲਿਆ ਡਾਕਟਰ ਸੇਠੀ ਕੋਲੋਂ। ਸਾਰੇ ਜਿਹੜੇ ਸਾਡੇ ਭਰਾ ਨੇ, ਡਾਕਟਰ ਰੋੜਾ ਕਰੋ, ਉਹਦੇ ਕੋਲ ਟਾਂਡੀ ਭਾਜੀ ਕੋਲੋਂ। ਸੋ ਥੈਂਕ ਯੂ so much for having me, and it's always an honor, pleasure and privilege for me to be here with all of you. ਤੇ ਜਿਸ ਤਰ੍ਹਾਂ ਡਾਕਟਰ ਸਾਹਿਬ ਕਹਿ ਰਹੇ ਨੇ ਕਿ ਵਾਕਈ ਸਾਨੂੰ ਇਸ ਮੈਡੀਟੇਸ਼ਨ ਦੀ ਹੈ ਜਿਹੜੀ ਹੈ ਕਮੀ ਹੈ, not only in this country ਮਗਰ ਪੂਰੀ ਦੁਨੀਆ ਦੇ ਵਿੱਚ। ਤੇ ਅਗਰ ਇਸ ਨਾਲ ਵੀ ਤੁਸੀਂ ਅਗਰ ਕੁਝ ਕਰੋਗੇ, ਮੈਂ ਵੀ ਅਗਰ ਕੋਈ ਤੁਹਾਡੀ ਸੇਵਾ ਕਰ ਸਕਾਂ ਤੇ ਜ਼ਰੂਰ ਮੈਨੂੰ ਕਹਿਣਾ। ਤੇ ਥੈਂਕ ਯੂ ਸਾਰਿਆਂ ਦਾ ਬਹੁਤ। God bless all of you, and very happy to be here tonight. Thank you. Okay, thanks everyone for joining. ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।